ਸਤਿ ਸ਼੍ਰੀ ਅਕਾਲ ਜੀ। ਸੋ ਸਟਾਰਟ ਕਰਦੇ ਹਾਂ ਅੱਜ ਆਪਾਂ ਆਪਣੇ ਟੌਪਿਕ ਦਾ ਅਗਲਾ ਪਾਰਟ। ਸੋ ਦੇਖੋ, ਹੁਣ ਤੱਕ ਅਸੀਂ ਆਰਟੀਕਲ 22 ਤੱਕ, ਅਨੁਛੇਦ 22 ਤੱਕ ਪੜ੍ਹ ਚੁੱਕੇ ਹਾਂ। ਹੁਣ ਅਨੁਛੇਦ 22 ਤੋਂ ਅੱਗੇ ਅਸੀਂ ਇਹ ਪੜ੍ਹਿਆ ਸੀ ਕਿ 14 ਤੋਂ ਲੈ ਕੇ 18 ਤੱਕ ਸਾਨੂੰ ਮਿਲੇ ਹੋਏ ਆ ਸਮਾਨਤਾ ਦੇ ਅਧਿਕਾਰ, ਰਾਈਟ ਟੂ ਇਕੁਐਲਿਟੀ। 19 ਤੋਂ ਲੈ ਕੇ 22 ਤੱਕ ਸਾਨੂੰ ਮਿਲੇ ਹੋਏ ਆ ਫਰੀਡਮ, ਸੁਤੰਤਰਤਾ ਦਾ ਅਧਿਕਾਰ। 23 ਤੋਂ ਲੈ ਕੇ 24 ਤੱਕ ਹੁਣ ਅਸੀਂ ਪੜ੍ਹਨ ਜਾ ਰਹੇ ਹਾਂ ਤੀਸਰਾ ਫੰਡਾਮੈਂਟਲ ਰਾਈਟ, ਤੀਜਾ ਬੁਨਿਆਦੀ ਅਧਿਕਾਰ, ਜਿਹਨੂੰ ਆਪਾਂ ਕਹਿੰਦੇ ਹਾਂ ਸ਼ੋਸ਼ਣ ਦੇ ਖਿਲਾਫ ਅਧਿਕਾਰ ਆ ਸਾਡਾ। ਇਹ ਰਾਈਟ ਟੂ ਐਕਸਪਲੋਇਟ ਨਹੀਂ ਗਾ, ਰਾਈਟ ਅਗੇਂਸਟ ਐਕਸਪਲੋਇਟੇਸ਼ਨ ਆ। ਸ਼ੋਸ਼ਣ ਦੇ ਖਿਲਾਫ ਸਾਨੂੰ ਜੋ ਅਧਿਕਾਰ ਮਿਲੇ ਹੋਏ ਆ, ਅਸੀਂ ਉਹਨਾਂ ਦੀ ਗੱਲ ਕਰਨੀ ਆ। ਗੌਰ ਨਾਲ ਸਮਝਿਓ, 23 ਤੇ 24 ਦੋਵੇਂ ਅਧਿਕਾਰ ਸਾਨੂੰ ਸ਼ੋਸ਼ਣ ਦੇ ਖਿਲਾਫ, ਮਤਲਬ ਕੀ ਕਹਿ ਲਓ, ਹੱਕ ਦਿੰਦੇ ਆ। ਕਿਵੇਂ ਦਿੰਦੇ ਆ ਹੁਣ ਉਹ ਸਮਝਿਓ। 23 ਅਨੁਛੇਦ ਇਹ ਕਹਿੰਦਾ, ਆਰਟੀਕਲ 23 ਇਹ ਕਹਿੰਦਾ ਕਿ ਕਿਸੇ ਵੀ ਹਿਊਮਨ ਟਰੈਫਿਕਿੰਗ, ਮਨੁੱਖ ਵਪਾਰ, ਜਾਂ ਕਿਸੇ ਵੀ ਵਿਅਕਤੀ ਤੋਂ ਵੰਗਾਰ, ਬੈਗਰਿੰਗ, ਠੀਕ ਆ, ਜਾਂ ਫੋਰਸਫੁਲੀ ਉਹਦੇ ਤੋਂ ਕੰਮ ਨਹੀਂ ਕਰਵਾਇਆ ਜਾ ਸਕਦਾ। ਇਹ ਗੈਰ ਕਾਨੂੰਨੀ ਆ। ਉਦਾਹਰਨ ਦੇ ਤੌਰ 'ਤੇ ਅਸੀਂ ਕਿਤੇ ਤੋਂ ਭੀਖ ਨਹੀਂ ਮੰਗਵਾ ਸਕਦੇ, ਕਿਸੇ ਤੋਂ ਅਸੀਂ ਸਿਰ 'ਤੇ ਮੈਲਾ ਨਹੀਂ ਚੁਕਵਾ ਸਕਦੇ, ਦਾਬੜਾ ਨਹੀਂ ਚੁਕਵਾ ਸਕਦੇ ਮਜਬੂਰ ਕਰਕੇ ਉਹਨੂੰ। ਕਿਸੇ ਨੂੰ ਅਸੀਂ ਹਿਊਮਨ ਟਰੈਫਿਕਿੰਗ, ਵੇਚਣ, ਮਨੁੱਖੀ ਵੇਚਣ ਖਰੀਦਣ ਦੇ ਕੰਮ ਕਾਰ 'ਚ ਨਹੀਂ ਲਾ ਸਕਦੇ, ਮਨੁੱਖ ਵੇਚੇ ਨਹੀਂ ਜਾ ਸਕਦੇ। ਸੋ ਜੇ ਕੋਈ ਵੀ ਇਸ ਤਰੀਕੇ ਦਾ ਕਰਦਾ ਹੈ ਤਾਂ ਸੰਵਿਧਾਨ ਦਾ ਆਰਟੀਕਲ 23 ਤੁਹਾਨੂੰ ਇਹ ਹੱਕ ਦਿੰਦਾ ਹੈ ਕਿ ਤੁਸੀਂ ਇਸ ਸ਼ੋਸ਼ਣ, ਇਸ ਐਕਸਪਲੋਇਟੇਸ਼ਨ ਦੇ ਖਿਲਾਫ ਸੰਵਿਧਾਨ ਦੇ ਆਰਟੀਕਲ 23 ਦਾ ਇਸਤੇਮਾਲ ਕਰਕੇ ਸਰਕਾਰ ਤੋਂ ਆਪਣੇ ਲਈ ਇਹ ਹੱਕ ਮੰਗ ਸਕਦੇ ਹੋ। 23 ਤੇ 24 ਸੇਮ ਇਹੀ ਆ। ਤੁਹਾਨੂੰ ਐਕਸਪਲੋਇਟ, ਸ਼ੋਸ਼ਿਤ ਨਹੀਂ ਕੀਤਾ ਜਾ ਸਕਦਾ, ਮੰਡੀ 'ਚ ਵੇਚਿਆ ਨਹੀਂ, ਖਰੀਦਿਆ ਨਹੀਂ ਜਾ ਸਕਦਾ, ਤੁਹਾਡੇ ਕੋਲੋਂ ਭੀਖ ਨਹੀਂ ਮੰਗਵਾਈ ਸਕਦੀ, ਤੁਹਾਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਪਰ ਇਹ ਅਧਿਕਾਰ ਸਪੈਸ਼ਲ ਤੌਰ 'ਤੇ ਬੱਚਿਆਂ ਨੂੰ, ਜਿਹੜੇ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚੇ ਆ, ਉਹਨਾਂ 'ਤੇ ਲਾਗੂ ਆ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਾਫ਼ ਕਿਹਾ ਗਿਆ ਹੈ ਕਿ 14 ਸਾਲ ਤੋਂ ਘੱਟ ਦੇ ਉਮਰ ਦੇ ਬੱਚੇ ਕਿਸੇ ਵੀ ਫੈਕਟਰੀ ਜਾਂ ਕਿਸੇ ਰਿਸਕੀ ਕੰਮ 'ਚ, ਜੋਖਮ ਭਰੇ ਕੰਮ 'ਚ ਨਹੀਂ ਲੱਗ ਸਕਦੇ। ਹਾਂ, 14 ਤੋਂ ਲੈ ਕੇ 18 ਤੱਕ ਸਾਲ ਦੇ ਬੱਚੇ ਜਿਹੜੇ ਐਡੋਲਸੈਂਟ ਨੇ, ਠੀਕ ਆ, ਜਿਹੜੇ ਕਹਿ ਲਓ ਕਿਸ਼ੋਰ ਅਵਸਥਾ 'ਚ ਨੇ, ਉਹਨਾਂ ਨੂੰ ਮਤਲਬ ਜਿਹੜਾ ਹੈ ਉਹ ਸ਼ਰਤਾਂ ਦੇ ਆਧਾਰ 'ਤੇ ਕੰਮ 'ਚ ਲਾਇਆ ਜਾ ਸਕਦਾ ਹੈ। 18 ਤੋਂ ਵੱਧ ਜਦੋਂ ਉਹ ਬਾਲਗ ਹੋ ਜਾਣ, ਅਡਲਟ ਹੋ ਜਾਣ, ਫਿਰ ਉਹ ਕਿਸੇ ਵੀ ਕੰਮ 'ਚ ਲੱਗ ਸਕਦੇ ਆ। 24 ਅਨੁਛੇਦ, ਆਰਟੀਕਲ 24 ਚੰਗੇ ਤਰੀਕੇ ਨਾਲ ਕੰਮ ਕਰੇ, ਇਸ ਕਰਕੇ ਚਾਈਲਡ ਪ੍ਰੋਟੈਕਸ਼ਨ ਐਕਟ 1986, ਠੀਕ ਆ, ਬਾਲ ਸੁਰੱਖਿਆ ਅਧੀਨੀਅਮ 1986 ਬਣਾਇਆ ਗਿਆ। ਅਤੇ ਇਸ ਤੋਂ ਬਾਅਦ ਇਹਦੇ 'ਚ ਵੱਖਰੇ ਵੱਖਰੇ ਸਮੇਂ 'ਤੇ ਇਹਦੇ 'ਚ ਕੁਛ ਚੇਂਜਿਸ ਕਰਕੇ ਇਹਨੂੰ ਹੋਰ ਸਖਤ ਕਰਦੇ ਗਏ। ਹੁਣ ਇਹਦੇ ਅੰਦਰ ਚੰਗੀਆਂ ਸਖਤ ਸਜ਼ਾਵਾਂ ਨੇ। ਜਦੋਂ ਕੋਈ ਮੈਨੂੰ ਕਹੇ ਕਿ ਕੀ ਸਾਨੂੰ ਇਹ ਐਕਟ ਪੜ੍ਹਨੇ ਚਾਹੀਦੇ ਆ, ਬਿਲਕੁਲ। ਜਦੋਂ ਅਸੀਂ ਇੱਕ ਗੱਲ ਕਰਦੇ ਆ ਨਾ, ਕਈ ਵਾਰੀ ਕਿਸੇ ਪੇਪਰ ਦੇ ਸਿਲੇਬਸ 'ਚ ਆ ਜਾਂਦਾ ਹੈ ਸਪੈਸ਼ਲ ਐਥਿਕਸ, ਜਿਵੇਂ ਮੈਨੂੰ ਯਾਦ ਆ ਰਿਹਾ ਪੰਜਾਬ ਪੁਲਿਸ ਦਾ ਜਿਹੜਾ ਸਬ ਇੰਸਪੈਕਟਰ ਦਾ ਪੇਪਰ ਆ, ਉਹਦੇ 'ਚ ਐਥਿਕਸ ਦੇ ਐਂਗਲ ਤੋਂ ਇਹ ਐਕਟ ਵੱਖਰੇ ਤੌਰ 'ਤੇ ਪੜ੍ਹਾਏ ਜਾਣਗੇ, ਬੜੇ ਸਪਸ਼ਟ ਤੌਰ 'ਤੇ ਪੜ੍ਹਾਏ ਜਾਣਗੇ। ਇਹ ਜਿਹੜੇ ਵੱਖਰੇ ਅਧੀਨੀਅਮ ਹੈਗੇ ਆ ਸਾਡੇ, ਸੋ ਗੌਰ ਕਰਿਓ ਇਹਨਾਂ 'ਤੇ, ਬਹੁਤ ਇੰਪੋਰਟੈਂਟ ਚੀਜ਼ ਆ, ਠੀਕ ਆ। ਫਿਲਹਾਲ ਦੀ ਘੜੀ ਤੁਹਾਨੂੰ ਐਕਟ ਸਮਝ ਆਉਣਾ ਚਾਹੀਦਾ ਕਿ ਆਰਟੀਕਲ 23 ਤੇ 24 ਸਾਂਝੇ ਤੌਰ 'ਤੇ ਸਾਨੂੰ ਸ਼ੋਸ਼ਣ ਤੋਂ, ਐਕਸਪਲੋਇਟੇਸ਼ਨ ਤੋਂ ਬਚਾਉਣ ਵਾਲਾ ਅਧਿਕਾਰ ਆ। ਇਸ ਤੋਂ ਬਾਅਦ ਆ ਜਾਓ 25 ਤੋਂ ਲੈ ਕੇ 28 ਤੱਕ, ਰਿਲੀਜੀਅਸ ਫਰੀਡਮ, ਧਾਰਮਿਕ ਸੁਤੰਤਰਤਾ ਦੇ ਅਧਿਕਾਰ ਸਾਨੂੰ ਅਨੁਛੇਦ 25 ਤੋਂ 28 ਤੱਕ ਮਿਲੇ ਆ। ਆਰਟੀਕਲ 25 ਤੋਂ ਲੈ ਕੇ 28 ਤੱਕ। ਹੁਣ ਇਹਦੇ 'ਚ 25, 26, 27 ਤੇ 28 ਚਾਰ ਅਧਿਕਾਰ ਨੇ ਜਿਹੜੇ ਅਸੀਂ ਸਮਝਣੇ ਆ। ਹੁਣ 25, 26, 27 ਤੇ 28 ਸਾਰਿਆਂ ਦੀ ਆਪੋ ਆਪਣੀ ਇੰਪੋਰਟੈਂਸ ਆ। ਆਰਟੀਕਲ 25 ਸਾਨੂੰ ਕਹਿੰਦਾ ਹੈ ਕਿ ਤੁਹਾਨੂੰ 4 ਤਰੀਕੇ ਦੀ ਫਰੀਡਮ ਆ। ਕਿਹੜੀ? ਫਰੀਡਮ ਆਫ ਕੌਨਸ਼ੀਅਸ, ਪੰਜਾਬੀ 'ਚ ਅੰਤਹੀਕਰਨ, ਮਤਲਬ ਕਿ ਕਿਸੇ ਨਾਲ ਵੀ ਲਿਵ ਲਾਉਣ ਦੀ ਆਜ਼ਾਦੀ ਆ ਸਾਨੂੰ। ਤੁਸੀਂ ਜਦੋਂ ਕਿਸੇ ਨਾਲ ਲਿਵ ਲਾਉਂਦੇ ਹੋ ਤਾਂ ਜ਼ਰੂਰੀ ਨਹੀਂ ਉਹ ਪਰਮਾਤਮਾ ਹੋਵੇ, ਕੁਦਰਤ ਵੀ ਹੋ ਸਕਦੀ ਆ, ਕਿਸੇ ਨਾਲ ਵੀ ਲਿਵ ਲਾ ਸਕਦੇ ਹੋ। ਤੁਸੀਂ ਕਿਸੇ ਨਾਲ ਲਿਵ ਵੀ ਲਾ ਸਕਦੇ ਹੋ, ਤੁਸੀਂ ਕਿਸੇ ਵੀ ਧਰਮ ਨੂੰ ਸਵੀਕਾਰ ਵੀ ਕਰ ਸਕਦੇ ਹੋ, ਅਸੈਪਟ ਕਰ ਸਕਦੇ ਹੋ, ਤੁਸੀਂ ਕਿਸੇ ਵੀ ਧਰਮ ਨੂੰ ਪ੍ਰਚਾਰ, ਪ੍ਰੋਪੋਗੇਟ, ਪ੍ਰਮੋਟ ਵੀ ਕਰ ਸਕਦੇ ਹੋ, ਠੀਕ ਆ। ਪਰ ਇੱਕ ਗੱਲ ਕਲੀਅਰ ਆ ਕਿ
ਤੁਸੀਂ ਧਰਮ ਦਾ ਪ੍ਰਚਾਰ ਕਰਕੇ ਕਿਸੇ ਨੂੰ ਮਜਬੂਰਨ ਫੋਰਸਫੁਲੀ ਰਿਲੀਜੀਅਸ ਕਨਵਰਜਨ ਨਹੀਂ ਕਰਵਾ ਸਕਦੇ, ਮਜਬੂਰਨ ਧਰਮ ਪਰਿਵਰਤਨ ਨਹੀਂ ਕਰਵਾ ਸਕਦੇ ਕਿ ਧੱਕੇ ਨਾਲ ਕਿਸੇ ਦੇ ਗਲ 'ਚ ਅੰਗੂਠਾ ਦੇ ਕੇ ਤੁਸੀਂ ਉਹਨੂੰ ਕਹੋ ਕਿ ਧਰਮ ਪਰਿਵਰਤਿਤ ਕਰ। ਸੰਵਿਧਾਨ ਦਾ ਅਨੁਛੇਦ 25 ਤੁਹਾਨੂੰ ਇਹ 4 ਹੱਕ ਦਿੰਦਾ ਹੈ। ਇਹ ਗੱਲ ਆ 25A 'ਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਇਹ ਰਿਲੀਜੀਅਸ ਤੁਸੀਂ ਫਰੀडम ਆਫ ਰਿਲੀਜਨ, ਕੌਨਸ਼ੀਅਸ, ਫੇਥ, ਪ੍ਰੋਪੋਗੇਟ ਐਂਡ ਪ੍ਰੀਚ। ਸੋ ਇਸ ਤਰੀਕੇ ਦੀ ਫਰੀडम ਜਿਹੜੀ ਆ ਤੁਹਾਨੂੰ ਮਿਲਦੀ ਆ। ਇਹਦਾ ਹੀ ਇੱਕ ਹੋਰ ਪਾਰਟ ਆ 25B, ਜਿਹੜਾ ਵੈਸੇ ਤਾਂ ਇੰਪੋਰਟੈਂਟ ਨਹੀਂ ਹੁੰਦਾ ਪਰ ਫਿਰ ਵੀ ਸਮਝਾਉਣਾ ਬਣਦਾ ਹੈ। 25B ਸੰਵਿਧਾਨ ਦੀ ਅਨੁਛੇਦ 25B ਕੀ ਕਹਿੰਦਾ ਹੈ? ਉਹਦੇ 'ਚ ਅੱਗੇ 2 ਗੱਲਾਂ ਨੇ। ਕਿੰਨੀਆਂ ਗੱਲਾਂ ਨੇ? 2 ਗੱਲਾਂ ਨੇ 25B 'ਚ। ਪਹਿਲੀ ਗੱਲ ਤਾਂ ਇਹ ਆ ਕਿ ਸਿੱਖਾਂ ਨੂੰ ਕਿਰਪਾਨ ਪਾਉਣ ਦਾ ਹੱਕ ਆ, ਸਿੱਖਾਂ ਨੂੰ ਕਿਰਪਾਨ ਪਾਉਣ ਦਾ ਹੱਕ ਆ। ਤੇ ਆਰਟੀਕਲ 25 ਦੇ ਤਹਿਤ ਸਿੱਖ, ਜੈਨੀ ਤੇ ਬੋਧੀ ਹਿੰਦੂ ਮੰਨੇ ਜਾਣਗੇ। ਹੁਣ ਇਹਦੇ ਚੋਂ ਬੜੇ ਬੱਚੇ ਜਿਹੜੇ ਘੱਟ ਸਮਝ ਰੱਖਦੇ ਆ ਉਹ ਇਹ ਕਹਿੰਦੇ ਆ ਕਿ ਸਿੱਖਾਂ ਨੂੰ ਹਿੰਦੂ ਬਣਾ ਦਿੱਤਾ ਗਿਆ। ਹੁਣ ਇੱਥੇ ਇੱਕ ਬੜੀ ਟੈਕਨੀਕਲ ਪ੍ਰੋਬਲਮ ਆ। ਵੱਡੇ ਪੱਧਰ 'ਤੇ ਤੁਹਾਨੂੰ ਬਹਿਸ 'ਚ ਪੈਣ ਦੀ ਲੋੜ ਨਹੀਂ, ਮੈਂ ਦੱਸਦਾ ਕਿ ਇਸ ਆਰਟੀਕਲ ਦਾ, ਇਸ ਗੱਲ ਦਾ ਮਤਲਬ ਕੀ ਆ। 25 ਦਾ ਇਹ ਜਿਹੜੀ ਦੂਜੀ ਧਾਰਾ ਇਹਦਾ ਕੀ ਮਤਲਬ ਆ? ਇਹ 25(1) ਸੀ, ਇਹ ਕਹਿਤਾ ਸੌਰੀ, ਇਹ 25(2) ਆ। 25(2) 'ਚ ਅੱਗੇ 2 ਗੱਲਾਂ ਸੀ ਕਿ ਦੇਖੋ ਜੇ ਹਿੰਦੂ ਸਿੱਖਾਂ ਨੂੰ, ਜੈਨੀਆਂ ਨੂੰ, ਬੋਧੀਆਂ ਨੂੰ ਹਿੰਦੂ ਕਿਹਾ ਗਿਆ, ਫਿਰ ਇਹਦੇ ਨਾਲ ਆਹ ਗੱਲ ਕਿਉਂ ਲਿਖੀ ਗਈ ਆ ਕਿ ਸਿੱਖ ਕਿਰਪਾਨ ਪਾਉਣਗੇ? ਫਿਰ ਇਹੀ ਕਹਿ ਦਿੰਦੇ ਕਿ ਜਿਹੜੇ ਹਿੰਦੂ ਸਿੱਖ ਹਨ ਉਹ ਕਿਰਪਾਨ ਪਾਉਣਗੇ, ਫਿਰ ਸਿੱਖਾਂ ਨੂੰ ਅੱਡ ਕਿਉਂ ਕਿਹਾ ਗਿਆ? ਅਸਲ ਦੇ ਵਿੱਚ ਜਿਹੜੇ ਸਮੇਂ ਸੰਵਿਧਾਨ ਲਿਖਿਆ ਜਾ ਰਿਹਾ ਸੀ ਨਾ, ਇਹ ਕੌਨਸਟੀਟਿਊਸ਼ਨ ਬਣ ਰਿਹਾ ਸੀ, ਉਹਨਾਂ ਸਮਿਆਂ ਦੇ ਵਿੱਚ ਭਾਰਤ 'ਚ ਇੱਕ ਧਰਮ ਦੇ ਆਧਾਰ 'ਤੇ ਇੱਕ ਬੜੀ ਵੱਡੀ ਪ੍ਰੋਬਲਮ ਸੀ। ਹਰ ਧਰਮ, ਸਿੱਖ ਧਰਮ, ਜੈਨ ਧਰਮ, ਬੁੱਧ ਧਰਮ, ਇਹ ਮਰਦ ਪ੍ਰਧਾਨ ਧਰਮ ਸੀਗੇ ਅਤੇ ਸਮਾਜ 'ਤੇ ਨੀਵੀਂ ਜਾਤ ਅਤੇ ਉੱਚੀ ਜਾਤ, ਸਗੋਂ ਸਿੱਖ ਧਰਮ 'ਚ ਤਾਂ ਕਿਹਾ ਗਿਆ ਕਿ ਜਾਤ ਪਾਤ ਹੁੰਦੀ ਹੀ ਨਹੀਂ। ਪਰ ਤੁਹਾਨੂੰ ਪਤਾ ਹੀ ਆ ਕਿ ਜੇ ਜਾਤ ਪਾਤ ਨਹੀਂ ਹੁੰਦੀ ਤਾਂ ਫਿਰ ਰਿਜ਼ਰਵੇਸ਼ਨ ਕਿਉਂ ਆ? ਰਿਜ਼ਰਵੇਸ਼ਨ ਇਸੇ ਕਰਕੇ ਹੀ ਹੈ ਨਾ ਕਿ ਕਿਸੇ ਨਾ ਕਿਸੇ ਜਾਤ ਨਾਲ ਬਹੁਤ ਮਾੜੇ ਟਾਈਮ, ਬੜੇ ਪੁਰਾਣੇ ਟਾਈਮ ਤੋਂ ਮਾੜਾ ਵਤੀਰਾ ਹੁੰਦਾ ਰਿਹਾ ਹੋਊਗਾ, ਤਾਂ ਹੀ ਜਾਤ ਪਾਤ ਬਣੀ ਆ। ਸੋ ਕਹਾਣੀ ਇਹ ਬਣਦੀ ਆ ਕਿ ਉਹਨਾਂ ਸਮਿਆਂ 'ਚ ਜਾਤ ਪਾਤ ਪਲੱਸ ਊਚ ਨੀਚ, ਮਰਦ ਔਰਤ ਦੇ ਵਿਚਲਾ ਫਰਕ ਬਹੁਤ ਸੀ। ਪੰਡਿਤ ਜਵਾਹਰ ਲਾਲ ਨਹਿਰੂ, ਜਿਨ੍ਹਾਂ ਨੂੰ ਲੋਕ ਜਿੰਨੀਆਂ ਮਰਜ਼ੀ ਗਾਲਾਂ ਕੱਢ ਦੇਣ, ਗਾਲਾਂ ਕੱਢਣੀਆਂ ਤਾਂ ਸਾਡਾ ਫੰਡਾਮੈਂਟਲ ਡਿਊਟੀ ਹੋ ਗਈ ਅੱਜ ਦੇ ਟਾਈਮ 'ਚ। ਕਿਉਂ? ਸਾਨੂੰ ਅਕਲ ਹੁੰਦੀ ਨਹੀਂ, ਅਤੇ ਜਿਹੜੇ ਬੰਦੇ ਨੂੰ ਅਕਲ ਨਹੀਂ ਹੁੰਦੀ ਫਿਰ ਉਹ ਨਤੀਜਾ ਕੀ ਕੱਢਦਾ? ਅਗਲੇ ਨੂੰ ਗਾਲਾਂ ਕੱਢ ਕੇ। ਠੀਕ ਆ, ਚਾਹੇ ਕਿਸੇ ਦੀ ਫੇਸਬੁੱਕ ਦੇ ਥੱਲੇ ਕਮੈਂਟ ਕੇ ਦੇਖ ਲਓ, ਯੂਟਿਊਬ ਦੇ ਥੱਲੇ ਕਮੈਂਟ ਦੇਖ ਲਓ, ਕਿਉਂਕਿ ਸਾਨੂੰ ਐਂ ਲੱਗਦਾ ਹੁੰਦਾ ਹੈ ਕਿ ਸ਼ਾਇਦ ਅਸੀਂ ਆਪਣੀ ਅਕਲ ਦਾ ਮੁਜ਼ਾਹਰਾ ਕਿਸੇ ਨੂੰ ਗਾਲਾਂ ਕੱਢ ਕੇ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਉਹਦਾ ਕੋਈ ਹੱਲ ਕੋਈ ਨਹੀਂ ਗਾ। ਗਾਲ ਉਸ ਪਾਣੀ ਦੇ ਗਲਾਸ ਵਰਗੀ ਆ ਜਿਹੜੀ ਐਵੇਂ ਬਿਹੇਵ ਕਰਦੀ ਆ ਕਿ ਜੇ ਤੁਸੀਂ ਪਾਣੀ ਦਾ ਗਲਾਸ ਕਿਸੇ ਨੂੰ ਫੜਾਓ ਤਾਂ ਉਹ ਨਹੀਂ ਫੜਦਾ ਅਤੇ ਉਹ ਤੁਹਾਡੇ ਕੋਲ ਰਹਿ ਜਾਂਦਾ ਹੈ। ਅਤੇ ਜੇ ਕਿਸੇ ਨੂੰ ਮਾਂ ਭੈਣ ਦੀ ਗਾਲ ਕੱਢੀ ਵੀ ਆ ਅਤੇ ਜੇ ਤੁਸੀਂ ਉਹ ਸਵੀਕਾਰ ਨਹੀਂ ਕੀਤੀ, ਜੇ ਤੁਸੀਂ ਰਿਐਕਟ ਕਰ ਗਏ ਤਾਂ ਸਵੀਕਾਰ ਕਰ ਲਈ, ਜੇ ਨਹੀਂ ਕੀਤੀ ਤਾਂ ਇਹਦਾ ਮਤਲਬ ਉਹ ਵਿਚਾਰੇ ਕੋਲ ਆਪ ਕੋ ਵਾਪਸ ਆ ਜਾਂਦੀ ਆ। ਇਹ ਬੇਸਿਕ ਰੂਲ ਆ। ਬੜੇ ਛੋਟੇ ਹੁੰਦੇ ਸਾਨੂੰ ਸਾਡੇ ਡਰਾਇੰਗ ਵਾਲੇ ਮਾਸਟਰ ਨੇ ਸਮਝਾਈ ਸੀ ਇਹ ਗੱਲ, ਅਤੇ ਉਸ ਤੋਂ ਬਾਅਦ ਇਹ ਗੱਲ ਜੱਚ ਗਈ ਅਤੇ ਪੱਲੇ ਬੰਨ੍ਹ ਲਈ। ਖੈਰ, ਮਸਲੇ 'ਤੇ ਆ ਜਾਓ ਆਪਾਂ ਆਪਣੇ 'ਤੇ। ਜਿਹੜਾ ਮੈਂ ਦੱਸਣਾ ਚਾਹੁੰਦਾ ਕਿ ਸੰਵਿਧਾਨ ਦੇ ਵਿੱਚ ਆਰਟੀਕਲ 25 'ਚ ਸਾਫ਼ ਲਿਖਿਆ ਹੈ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਪੰਡਿਤ ਨਹਿਰੂ ਹਿੰਦੂਆਂ 'ਚੋਂ ਇਹ ਕੋੜ ਦੀ ਬਿਮਾਰੀ ਦੂਰ ਕਰਨਾ ਚਾਹੁੰਦੇ ਸੀ ਜਿਹਦੇ 'ਚ ਮਰਦ ਔਰਤ ਦੇ ਵਿੱਚ ਫਰਕ ਸੀ। ਉਹਨਾਂ ਨੇ ਹਿੰਦੂਆਂ ਵਾਸਤੇ ਇੱਕ ਕਾਨੂੰਨ ਬਣਾਤਾ, ਹਿੰਦੂ ਕੋਡ ਬਿੱਲ, ਜਿਹਦੇ 'ਚ ਇਹ ਹੱਕ ਔਰਤਾਂ ਨੂੰ ਦੇਤੇ। ਜਾਤ ਪਾਤ ਨੂੰ ਵੀ ਕਾਫੀ ਵੱਡੇ ਤਰੀਕੇ ਨਾਲ ਰੋਲ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਚਾਹੁੰਦੇ ਸੀ ਇਹ ਕਾਨੂੰਨ ਹੁਣ ਸਿੱਖਾਂ ਵਾਸਤੇ ਵੀ ਬਣਾਵਾਂ, ਜੈਨੀਆਂ ਵਾਸਤੇ ਵੀ ਅਤੇ ਬੋਧੀਆਂ ਲਈ ਵੀ, ਮੁਸਲਮਾਨਾਂ ਲਈ ਵੀ ਬਣਾਵਾਂ। ਮੁਸਲਮਾਨ ਉਸ ਵੇਲੇ ਹਜੇ ਨਵੇਂ ਵੰਡ ਵੰਡਈਏ ਦੇ ਸ਼ਿਕਾਰ ਸੀਗੇ, ਉਹਨਾਂ ਨੂੰ ਨਹਿਰੂ ਨੇ ਛੇੜਨਾ ਚੰਗਾ ਨਹੀਂ ਸਮਝਿਆ। ਜੈਨ, ਬੁੱਧ ਅਤੇ ਸਿੱਖ ਧਰਮ ਇੱਕੋ ਜਗ੍ਹਾ ਤੋਂ ਪੈਦਾ ਹੋਏ ਆ, ਇਸੇ ਧਰਤੀ 'ਤੇ ਸਨਾਤਨ ਦੇ ਵਿੱਚੋਂ ਵੱਖਰੇ ਵੱਖਰੇ ਸਮੇਂ 'ਤੇ ਪੈਦਾ ਹੋਏ ਧਰਮ ਨੇ। ਇਹਨਾਂ ਨੂੰ ਨਹਿਰੂ ਨੇ ਇੱਕ ਤਰਕ ਦਿੱਤਾ ਕਿ ਇਹ ਤਾਂ ਇੱਕੋ ਜਗ੍ਹਾ ਤੋਂ ਪੈਦਾ ਹੋਏ ਧਰਮ ਆ, ਇਸ ਕਰਕੇ ਇਹ ਹਿੰਦੂ ਕੋਡ ਬਿੱਲ ਸਭ 'ਤੇ ਲਾਗੂ ਹੁੰਦਾ ਹੈ। ਉਸ ਕੋਡ ਬਿੱਲ ਨੂੰ ਸਭ 'ਤੇ ਲਾਗੂ ਕਰਨ ਵਾਸਤੇ ਉਹਨੇ 25 ਆਰਟੀਕਲ 'ਚ ਇਹ ਲਿਖਤਾ ਕਿ ਜੈਨੀ, ਬੋਧੀ, ਸਿੱਖ ਹਿੰਦੂਆਂ 'ਚ ਹੀ ਆਉਣਗੇ। ਜਦ ਕਿ ਸਿੱਖਾਂ ਦੀ ਵੱਖਰੀ ਆਇਡੈਂਟੀਟੀ ਖਤਮ ਨਾ ਹੋਵੇ, ਇਸ ਕਰਕੇ ਨਾਲ ਇਹ ਵੀ ਲਿਖਤਾ ਕਿ ਜਿਹੜੇ ਸਿੱਖ ਫੇਥ ਨੂੰ ਵਿਸ਼ਵਾਸ 'ਚ ਮੰਨਦੇ ਆ ਉਹ ਕਿਰਪਾਨ ਪਾ ਸਕਦੇ ਆ। ਇਟ ਮੀਨਸ ਤੁਸੀਂ ਜਿਵੇਂ ਮਰਜ਼ੀ ਕਿਸੇ ਸ਼ਬਦ ਦੀ ਵਿਆਖਿਆ ਕਰਕੇ ਉਹਨੂੰ ਆਪਣੇ ਆਪ ਨੂੰ ਨੀਵਾਂ ਕਹਿ ਕੇ, ਗਾਲਾਂ ਕੱਢ ਕੇ ਜੋ ਮਰਜ਼ੀ ਕਰੀ ਚੱਲੋ, ਅਸਲੀਅਤ ਜੋ ਸੱਚ ਹੈ ਉਹ ਇਹੀ ਹੈ।
ਸੋ ਅਸਲ ਦੇ ਵਿੱਚ ਕੀ ਹੁੰਦਾ ਹੈ, ਤੁਸੀਂ ਆਪ ਤਜਰਬਾ ਕਰਿਆ ਕਰੋ ਕਿ ਕਈ ਵਾਰੀ ਜੇ ਆਹ ਗੱਲ ਝੂਠ ਆ ਤਾਂ ਤੁਹਾਨੂੰ ਕਿਵੇਂ ਬਾਕੀਆਂ ਤੋਂ ਮਤਰਾਏ ਤਰੀਕੇ ਨਾਲ ਰੱਖਿਆ ਗਿਆ। ਸਾਨੂੰ ਨਾ ਬੜੇ ਵੱਡੇ ਐਸਪੈਕਟ 'ਚ ਸੋਚਣਾ ਪੈਂਦਾ ਹੈ। ਕਈ ਵਾਰੀ ਕੀ ਹੁੰਦਾ ਹੈ, ਕਈ ਲੋਕ ਜਿਨ੍ਹਾਂ ਦੇ ਆਪਣੇ ਨਿੱਜੀ ਫਾਇਦੇ ਹੁੰਦੇ ਆ ਇਹ ਕਹਿਣ 'ਚ ਕਿ ਅਸੀਂ ਤਾਂ ਸਤਾਏ ਹੋਏ ਆ, ਉਹਨਾਂ ਨੂੰ ਲੱਗਦਾ ਹੁੰਦਾ ਕਿ ਇਹ ਕਹਿ ਕੇ ਸਾਡੀਆਂ ਵੀਡੀਓਜ਼ 'ਤੇ ਜ਼ਿਆਦਾ ਕਲਿੱਕ ਵੱਜਣਗੇ, ਠੀਕ ਆ, ਉਹਦੇ ਨਾਲ ਕੀ ਹੋਊਗਾ, ਸਾਡਾ ਰੈਵਨਿਊ ਵੱਧ ਜਨਰੇਟ ਹੋਊਗਾ। ਉਹ ਤਾਂ ਕਹਿਣਗੇ ਐਵੇਂ, ਪਰ ਤੁਸੀਂ ਵੀ ਆਪਣੀ ਬੁੱਧੀ ਨਾਲ ਸਮਝਣਾ ਹੈ ਕਿ ਇਹ ਉਹ ਵੇਲਾ ਹੈ ਜਦੋਂ ਪੰਜਾਬੀ ਸਿੱਖ ਜਿਹੜੇ ਆ ਜਾਂ ਪੰਜਾਬੀ ਹਿੰਦੂ ਜਿਹੜੇ ਆ ਉਹ ਤਗੜੀਆਂ ਤਗੜੀਆਂ ਪੋਸਟਾਂ 'ਤੇ ਜਿਹੜੇ ਆ ਅਮਰੀਕਾ 'ਚ, ਵਰਲਡ ਬੈਂਕ 'ਚ ਬੈਠ ਰਹੇ ਆ, ਅਤੇ ਅਸੀਂ ਇੱਥੇ ਹਜੇ ਵੀ ਗੁਲਾਮੀ ਆਜ਼ਾਦੀ ਦੇ ਚੱਕਰਾਂ 'ਚ ਪਏ ਹੋਏ ਹਾਂ। ਉਹ ਕੌਣ ਸੀਗੇ ਜਿਹੜੇ ਇੱਥੋਂ ਨਿਕਲ ਕੇ ਇੰਨੀ ਉੱਪਰ ਪਹੁੰਚ ਗਏ? ਉਹ ਉਹਨਾਂ ਨੂੰ ਵੀ ਉਹਨਾਂ ਦੇ ਵੱਡੇ ਵੱਡੇ ਬੈਂਕ ਚਲਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹਨਾਂ ਨੇ ਸਾਨੂੰ ਗੁਲਾਮ ਕਰਿਆ ਹੋਇਆ ਹੈ, ਠੀਕ ਆ। ਅਸੀਂ ਮੰਨਦੇ ਹਾਂ ਕਿ ਸਾਨੂੰ ਭਾਰਤ ਨੇ ਗੁਲਾਮ ਕਰਿਆ ਹੈ, ਕਈ ਪੰਜਾਬੀ, ਬਹੁਤੇ ਪੰਜਾਬੀ ਭਾਰਤੀ ਇਹ ਕਹਿੰਦੇ ਆ ਸਾਨੂੰ ਅਮਰੀਕਾ ਨੇ ਗੁਲਾਮ ਕਰਿਆ, ਅਤੇ ਅਮਰੀਕਾ ਦੇ ਸਭ ਤੋਂ ਵੱਡੇ ਬੈਂਕ ਦਾ ਮੁਖੀ ਫਿਰ ਪੰਜਾਬੀ, ਇੱਕ ਸਿੱਖ। ਐਵੇਂ ਕਿਵੇਂ ਹੋ ਸਕਦਾ ਹੈ? ਇਟ ਮੀਨਸ ਸਾਡੇ ਹੀ ਜਿਹੜੇ ਛੋਟੇ ਮੋਟੇ ਲੀਡਰ ਆ ਕਿਤੇ ਸਾਨੂੰ ਉਲਝਾ ਤਾਂ ਨਹੀਂ ਰਹੇ। ਸਾਨੂੰ ਸੋਚਣਾ ਪਊਗਾ, ਬੜੇ ਸਮਝਦਾਰੀ ਨਾਲ ਸੋਚਣਾ ਪਊਗਾ, ਦਿਮਾਗ ਖੋਲ੍ਹ ਕੇ ਚੱਲਣਾ ਪਊਗਾ। ਖੈਰ ਆ ਜਾਓ, ਮੈਂ ਇਹ ਦੱਸਣਾ ਚਾਹੁੰਦਾ ਕਿ 25 ਅਨੁਛੇਦ ਕਿੰਨੀ ਵੱਡੀ ਆਜ਼ਾਦੀ ਆ ਸਾਨੂੰ। 26 ਸਾਨੂੰ ਕਹਿੰਦਾ ਹੈ ਕਿ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਹੈ। ਕੋਈ ਵੀ ਸ਼ਖਸ ਆਪਣਾ ਵੱਖਰਾ ਆਇਡੈਂਟੀਟੀ, ਵੱਖਰਾ ਧਰਮ ਸਥਾਨ ਅਤੇ ਵੱਖਰਾ ਧਾਰਮਿਕ ਸੰਸਥਾ ਬਣਾ ਸਕਦਾ ਹੈ। ਪਰ 26 ਆਰਟੀਕਲ ਦੇ ਵਿੱਚ ਇੱਕ ਗੱਲ ਸਾਫ਼ ਆ ਕਿ ਤੁਹਾਡਾ ਵੱਖਰਾ ਧਰਮ ਜਿਹੜਾ ਹੈ ਨਾ ਉਹ ਵੱਖਰਾ ਦਿਸਣਾ ਵੀ ਚਾਹੀਦਾ ਹੈ। ਹੁਣ ਡੇਰਾ ਸੱਚਾ ਸੌਦਾ ਦੇ ਮੁਖੀ 'ਤੇ ਇੱਕ ਆਰੋਪ ਲੱਗਿਆ, ਸਹੀ ਗਲਤ ਤਾਂ ਕੋਰਟਾਂ ਨੇ, ਸਰਕਾਰਾਂ ਨੇ ਫੈਸਲਾ ਕਰਨਾ, ਉਹ ਮੇਰੇ ਵੱਸ 'ਚ ਕੰਮ ਨਹੀਂ। ਕਿ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਜਿਸ ਤਰੀਕੇ ਦਾ ਸੰਵਾਗ ਜਾਂ ਦਿੱਖ ਰਚ ਕੇ ਤੁਸੀਂ ਜੋ ਆਪਣਾ ਉੱਥੇ ਜੋ ਕਾਰਿਆਕ੍ਰਮ ਸੀਗਾ, ਪ੍ਰੋਗਰਾਮ ਕੀਤਾ, ਉਹ ਸਿੱਖ ਧਰਮ ਨਾਲ ਮਿਲਦਾ ਜੁਲਦਾ ਸੀ। ਇਟ ਮੀਨਸ ਆਰੋਪ 26 ਆਰਟੀਕਲ ਦੇ ਤਹਿਤ ਲਾਇਆ ਗਿਆ ਕਿ ਸੰਵਾਗ ਜੋ ਰਚਿਆ ਉਹ ਸਿੱਖ ਧਰਮ ਦੇ 10ਵੇਂ ਗੁਰੂ, 10ਮ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਜੁਲਦਾ ਸੀ। ਸੋ ਡੇਰਾ ਸੱਚਾ ਸੌਦਾ ਦੇ ਜਿਹੜੇ ਮੁਖੀ ਸੀ ਉਹਨਾਂ 'ਤੇ ਜਿਹੜਾ ਆਰੋਪ ਆ ਉਹਨੂੰ ਲੈ ਕੇ ਮੇਰਾ ਕੋਈ ਕਮੈਂਟ ਨਹੀਂ। ਮੇਰਾ ਕਮੈਂਟ ਇਹ ਆ ਕਿ ਅਨੁਛੇਦ 26 ਦੇ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੱਖਰਾ ਪੰਥ ਚਲਾਇਆ ਹੈ, ਸਾਡਾ ਵੱਖਰਾ ਧਰਮ ਆ ਜੋ ਡੇਰਾ ਸੱਚਾ ਸੌਦਾ ਹੈ। ਪਰ ਸੰਵਿਧਾਨ ਕਹਿੰਦਾ ਕਿ ਫਿਰ ਉਹ ਪੁਰਾਣੇ ਕਿਸੇ ਨਾਲ ਮੇਲ ਮਿਲਾਪ ਨਹੀਂ ਖਾਣਾ ਚਾਹੀਦਾ ਤਾਂ ਕਿ ਪੁਰਾਣੇ ਬੰਦਿਆਂ ਦੇ ਦਿਲਾਂ ਨੂੰ ਠੇਸ ਨਾ ਪਹੁੰਚੇ। ਉਹ ਕਹਿ ਰਿਹਾ ਤਬਕਾ ਕਿ ਠੇਸ ਨਹੀਂ ਪਹੁੰਚਾਈ, ਅਸੀਂ ਇਹੋ ਜਿਹਾ ਕੁਛ ਨਹੀਂ ਕੀਤਾ। ਸਿੱਖ ਧਰਮ ਕਹਿ ਰਿਹਾ ਕਿ ਨਹੀਂ, ਗੁਰੂ ਵਰਗਾ ਸੰਵਾਗ ਰਚ ਕੇ ਸਾਡੇ ਦਿਲਾਂ ਨੂੰ ਠੇਸ ਪਹੁੰਚਾਈ ਗਈ ਆ। ਮਸਲਾ ਪਤਾ ਹੋਣਾ ਚਾਹੀਦਾ ਹੈ, ਉਸ ਤੋਂ ਬਾਅਦ ਤੁਸੀਂ ਉਹਦੇ 'ਤੇ ਜੋ ਮਰਜ਼ੀ ਵਿਚਾਰ ਪੇਸ਼ ਕਰ ਦਿਓ। ਸੰਵਿਧਾਨ ਦਾ ਅਨੁਛੇਦ 27 ਆਰਟੀਕਲ 27 ਉਹ ਕਿਸੇ ਵੀ ਧਰਮ ਨੂੰ ਇਹ ਕਹਿ ਸਕਦਾ ਹੈ, ਇਹਦੇ ਤਹਿਤ ਕਿਸੇ ਵੀ ਧਰਮ ਦੀ ਪ੍ਰਮੋਸ਼ਨ ਵਾਸਤੇ, ਰਿਲੀਜਨ ਦੀ ਪ੍ਰਮੋਸ਼ਨ ਵਾਸਤੇ ਅਸੀਂ ਕਿਸੇ ਵੀ ਤਰੀਕੇ ਦਾ ਜੋ ਵੀ ਖਰਚਾ ਇਨਵੈਸਟ ਕਰਾਂਗੇ ਉਹਦੇ 'ਤੇ ਸਰਕਾਰ ਸਾਨੂੰ ਕੋਈ ਵੀ ਟੈਕਸ ਨਹੀਂ ਲਵੇਗੀ। ਮਤਲਬ ਕਿ ਰਿਲੀਜੀਅਸ ਇੰਸਟੀਟਿਊਸ਼ਨਸ 'ਤੇ ਕੋਈ ਵੀ ਟੈਕਸ ਨਹੀਂ ਹੈ, ਟੈਕਸ ਦੇ ਦਾਇਰੇ 'ਚੋਂ ਬਾਹਰ ਰਹਿਣਗੀਆਂ। ਕਿੱਡੀ ਤਗੜੀ ਧਾਰਮਿਕ ਆਜ਼ਾਦੀ ਆ। ਕੈਨ ਯੂ ਇਮੈਜਿਨ ਕਿ ਕਿੰਨੀ ਤਗੜੀ ਧਾਰਮਿਕ ਆਜ਼ਾਦੀ ਦੀ ਗੱਲ ਹੋ ਰਹੀ ਹੈ। ਗੱਲ ਕਰਦੇ ਹਾਂ ਆਰਟੀਕਲ 28। ਇਹ ਇੱਕ ਸਪੈਸ਼ਲ ਪ੍ਰਕਾਰ ਦਾ ਰਾਈਟ ਆ ਜਿਹਦੇ 'ਚ ਇਹ ਕਿਹਾ ਗਿਆ ਹੈ ਕਿ ਜਿਹੜੇ ਸਕੂਲ, ਇਹ ਰਿਲੀਜੀਅਸ ਐਜੂਕੇਸ਼ਨ ਦੀ ਗੱਲ ਕਰਦਾ ਹੈ, ਧਾਰਮਿਕ ਵਿੱਦਿਆ ਦੀ ਗੱਲ ਕਰਦਾ ਹੈ ਕਿ ਜਿਹੜੇ ਐਜੂਕੇਸ਼ਨ ਕਿਸੇ ਧਾਰਮਿਕ ਸੰਸਥਾ ਦੁਆਰਾ ਨਹੀਂ ਚਲਾਏ ਜਾਂਦੇ, ਜਿਹੜੇ ਸਰਕਾਰੀ ਸੰਸਥਾਨ ਨੇ ਉਹਦੇ 'ਚ ਕਿਸੇ ਵੀ ਧਰਮ ਦੀ ਧਾਰਮਿਕ ਪ੍ਰੇਅਰ ਬੋਲਣ, ਪ੍ਰਾਰਥਨਾ ਵਾਸਤੇ ਕਿਸੇ ਬੱਚੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਹਾਂ, ਜੇ ਉਸ ਕਿਸੇ ਧਾਰਮਿਕ ਸੰਸਥਾ ਦਾ ਸਕੂਲ ਵੀ ਆ, ਉੱਥੇ ਕੋਈ ਦੂਜੇ ਧਰਮ ਦਾ ਬੱਚਾ ਪੜ੍ਹਦਾ ਹੈ, ਜੇ ਉਹ ਖੁਦ 18 ਸਾਲ ਤੋਂ ਵੱਡਾ ਹੈ ਤਾਂ ਉਹਨੂੰ ਪੁੱਛਿਆ ਜਾਵੇ ਕਿ ਤੂੰ ਇਹ ਪ੍ਰੇਅਰ ਪ੍ਰਾਰਥਨਾ ਕਰਨੀ ਆ। ਪਰ ਜੇ ਉਹ 18 ਸਾਲ ਤੋਂ ਛੋਟਾ ਹੈ ਤਾਂ ਉਹਦੇ ਮਾਪਿਆਂ ਤੋਂ ਪੁੱਛ ਕੇ ਫਿਰ ਹੀ ਉਹਨੂੰ ਉਸ ਪ੍ਰਾਰਥਨਾ 'ਚ ਖੜਾਇਆ ਜਾਵੇ। ਅਦਰਵਾਈਜ਼ ਕੋਈ ਬੱਚਾ ਕਿਸੇ ਵੀ ਇੱਕ ਧਰਮ ਦੀ ਪ੍ਰਾਰਥਨਾ 'ਚ ਆਪਣੇ ਧਰਮ 'ਚ ਯਕੀਨ ਕਰਦਾ ਹੈ ਤਾਂ ਉਹਨੂੰ ਮਜਬੂਰ ਕਰਕੇ ਦੂਜੇ ਧਰਮ ਦੀ ਪ੍ਰਾਰਥਨਾ ਨਹੀਂ ਕਰਵਾਈ ਜਾ ਸਕਦੀ। ਇਹ ਹੈਗਾ ਅਨੁਛੇਦ 28, ਮੋਸਟ ਇੰਪੋਰਟੈਂਟ। ਸੋ ਰਿਲੀਜੀਅਸ ਐਜੂਕੇਸ਼ਨ ਤੇ ਨੋ ਟੈਕਸ ਔਨ ਰਿਲੀਜੀਅਸ ਪਲੇਸਿਸ ਤੇ ਰਿਲੀਜੀਅਸ ਡਿਨੋਮੀਨੇਸ਼ਨਸ ਐਂਡ ਇੰਸਟੀਟਿਊਸ਼ਨਸ ਤੁਸੀਂ ਬਣਾ ਸਕਦੇ ਹੋ। ਤੇ 25 ਦੇ ਤਹਿਤ ਫਰੀਡਮ ਆਫ ਰਿਲੀਜਨ,
ਪਰਸਨਲ ਰਿਲੀਜਨ, ਕਿ ਤੁਸੀਂ ਪਰਸਨਲ ਤੌਰ ਤੇ ਰਿਲੀਜਨ ਨੂੰ ਕਿਵੇਂ ਦੇਖਦੇ ਹੋ। 25 26 27 28 ਪੰਜਾਬੀ 'ਚ ਤਾਂ ਦੱਸ ਹੀ ਦਿੱਤੇ ਆ, ਇੰਗਲਿਸ਼ 'ਚ ਵੀ ਨਾਲ ਦੱਸਣ ਦੀ ਹਿੰਮਤ ਕੀਤੀ ਆ। ਤੁਸੀਂ ਕਿਸੇ ਵੀ ਤਰੀਕੇ ਨਾਲ ਪਿਓਰ ਪੰਜਾਬੀ ਮੀਡੀਅਮ 'ਚ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰਕੇ ਤੁਸੀਂ ਟੈਲੀਗ੍ਰਾਮ 'ਤੇ ਐਡ ਵੀ ਹੋ ਸਕਦੇ ਹੋ, ਜਿੱਥੇ ਤੁਹਾਨੂੰ ਸਾਡੇ ਲੈਕਚਰਸ ਦਾ ਲਗਾਤਾਰ ਪਤਾ ਲੱਗਦਾ ਰਹੂਗਾ, ਸਾਡੇ ਕੰਟੈਂਟ ਬਾਰੇ, ਸਾਡਾ ਅਗਲਾ ਇਨੀਸ਼ੀਏਟਿਵ ਕੀ ਹੋਊਗਾ, ਕਿਵੇਂ ਅਸੀਂ ਇਹਨੂੰ ਅਗਲੇ ਲੈਵਲ 'ਤੇ ਲੈ ਕੇ ਜਾਣਾ ਹੈ, ਉਹ ਵਾਲਾ ਸਾਰਾ ਪਲਾਨ। ਠੀਕ ਆ, ਪਰ ਸ਼ਰਤ ਉਹੀ ਆ ਕਿ ਸਾਡਾ ਇਹ ਜਿਹੜਾ ਪਲੇਟਫਾਰਮ ਆ, ਜਿਸ ਪਲੇਟਫਾਰਮ ਨੂੰ ਅਸੀਂ ਪਟਿਆਲਾ ਕਲਾਸਿਸ ਦਾ ਨਾਮ ਦਿੱਤਾ ਹੈ ਸਪੈਸ਼ਲੀ, ਇਹ ਪਲੇਟਫਾਰਮ ਪਿਓਰ ਪੰਜਾਬੀ ਜਾਂ ਪੰਜਾਬੀ ਦੀ ਅਹਿਮੀਅਤ, ਮਤਲਬ ਇੱਥੇ ਉਹੀ ਵਿਸ਼ੇ ਉਹੀ ਕੋਰਸਿਸ ਚਲਾਏ ਜਾਣਗੇ ਜਿਨ੍ਹਾਂ 'ਚ ਜਾਂ ਤਾਂ ਪਿਓਰ ਪੰਜਾਬੀ ਹੋਊਗੀ ਜਾਂ ਪੰਜਾਬੀ ਉੱਪਰ ਹੋਊਗੀ ਕੰਟੈਂਟ 'ਚ। ਸੋ ਇਹ ਇੱਕ ਡਿਫਰੈਂਟ ਪ੍ਰਕਾਰ ਦਾ ਸਾਡਾ ਇਨੀਸ਼ੀਏਟਿਵ ਆ ਉਹਨਾਂ ਬੱਚਿਆਂ ਵਾਸਤੇ ਜਿਹੜੇ ਇੱਕ ਚੀਜ਼ ਦਾ ਸ਼ਿਕਾਰ ਹੋ ਜਾਂਦੇ ਆ, ਪੰਜਾਬੀ ਦੇ ਨਾਂ 'ਤੇ ਉਹਨਾਂ ਨੂੰ ਹੋਰ ਹੀ ਕੁਝ ਪੜ੍ਹਾ ਦਿੱਤਾ ਜਾਂਦਾ ਹੈ ਅਤੇ ਵਿਚਾਰੇ ਬਾਅਦ 'ਚ ਪੇਪਰ 'ਚ ਉਲਝਦੇ ਰਹਿੰਦੇ ਆ, ਕੰਧਾਂ ਨਾਲ ਮੱਥੇ ਮਾਰਦੇ ਰਹਿੰਦੇ ਆ, ਸਮਝ ਕੁਛ ਆਉਂਦੀ ਨਹੀਂ। ਆ ਜਾਓ ਜੀ ਅੱਗੇ। ਸੱਭਿਆਚਾਰਕ ਅਤੇ ਸਿੱਖਿਆ ਸੰਬੰਧੀ ਅਧਿਕਾਰ, ਇੰਗਲਿਸ਼ 'ਚ ਕਹਿੰਦੇ ਆ ਕਲਚਰਲ ਅਤੇ ਐਜੂਕੇਸ਼ਨਲ ਰਾਈਟਸ। 29 ਤੇ 30 29 ਤੇ 30 ਸਭ ਤੋਂ ਇੰਪੋਰਟੈਂਟ ਗੱਲ ਆ ਕਿ ਆਰਟੀਕਲ 29 ਅਤੇ ਆਰਟੀਕਲ 30, ਅਨੁਛੇਦ 29 ਤੇ 30। ਆਰਟੀਕਲ 29 ਸਾਨੂੰ ਕਹਿੰਦਾ ਹੈ ਕਿ ਅਸੀਂ ਆਪਣੀ ਭਾਸ਼ਾ ਯਾਨੀ ਕਿ ਲੈਂਗੁਏਜ, ਲਿਪੀ ਯਾਨੀ ਕਿ ਸਕ੍ਰਿਪਟ ਅਤੇ ਕਲਚਰ ਨੂੰ ਬਚਾਉਣ ਦਾ ਆਪਾਂ ਨੂੰ ਪੂਰਾ ਹੱਕ ਆ। ਠੀਕ ਆ, ਭਾਰਤ ਦੇ ਵਿੱਚ ਕੋਈ ਵੀ ਵੱਧ ਗਿਣਤੀ ਆ ਜਾਂ ਘੱਟ ਗਿਣਤੀ ਆ, ਚਾਹੇ ਕੋਈ ਮੈਜੋਰਟੀ ਆ ਚਾਹੇ ਮਿਨੋਰਟੀ ਆ, ਸਭ ਨੂੰ ਹੱਕ ਆ। ਆਰਟੀਕਲ 29 ਇਕੱਲਾ ਘੱਟ ਗਿਣਤੀਆਂ ਦਾ ਨਹੀਂ, ਘੱਟ ਗਿਣਤੀਆਂ ਨੂੰ ਤਰਜੀਹ ਜ਼ਰੂਰ ਦਿੰਦਾ ਹੈ ਆਰਟੀਕਲ 29, ਪਰ ਸਿਰਫ ਘੱਟ ਗਿਣਤੀਆਂ ਨੂੰ ਨਹੀਂ, ਘੱਟ ਗਿਣਤੀ ਵੀ ਅਤੇ ਵੱਧ ਗਿਣਤੀ ਵੀ, ਸਭ ਨੂੰ ਇਹ ਅਧਿਕਾਰ ਆ ਕਿ ਉਹ ਆਪਣੀ ਭਾਸ਼ਾ ਯਾਨੀ ਕਿ ਲੈਂਗੁਏਜ, ਆਪਣੀ ਲਿਪੀ ਯਾਨੀ ਕਿ ਸਕ੍ਰਿਪਟ, ਆਪਣਾ ਕਲਚਰ ਯਾਨੀ ਕਿ ਆਪਣੀ ਸੰਸਕ੍ਰਿਤੀ ਨੂੰ ਬਚਾਉਣ ਵਾਸਤੇ ਆਪਣੇ ਵੱਖਰੇ ਅਦਾਰੇ ਖੋਲ੍ਹ ਸਕਦੇ ਆ। ਜਿਵੇਂ ਗੁਜਰਾਤੀ ਆਪਣੇ ਗੁਜਰਾਤ 'ਚ ਵੱਖਰੇ ਤੌਰ 'ਤੇ ਗੁਜਰਾਤੀਆਂ ਵਾਸਤੇ ਕੋਈ ਲਾਇਬ੍ਰੇਰੀ, ਕੁਛ ਵੀ ਖੋਲ੍ਹਿਆ ਜਾ ਸਕਦਾ ਹੈ। ਆਰਟੀਕਲ 30 ਸਪੈਸ਼ਲ ਤੌਰ 'ਤੇ ਮਾਈਨੋਰਟੀਜ਼, ਘੱਟ ਗਿਣਤੀਆਂ ਨੂੰ, ਅਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਭਾਰਤ 'ਚ 2 ਆਧਾਰ 'ਤੇ ਹੀ ਘੱਟ ਗਿਣਤੀਆਂ ਬਣੀਆਂ ਹੈ, ਜਾਂ ਧਾਰਮਿਕ ਘੱਟ ਗਿਣਤੀਆਂ ਜਿਨ੍ਹਾਂ ਨੂੰ ਇੰਗਲਿਸ਼ 'ਚ ਕਹਿੰਦੇ ਆ ਰਿਲੀਜੀਅਸ, ਜਾਂ ਭਾਸ਼ਾਈ ਘੱਟ ਗਿਣਤੀਆਂ ਜਿਨ੍ਹਾਂ ਨੂੰ ਇੰਗਲਿਸ਼ 'ਚ ਕਹਿੰਦੇ ਆ ਲਿੰਗੁਇਸਟਿਕ। ਭਾਰਤ ਵਿੱਚ ਰਿਲੀਜੀਅਸ ਅਤੇ ਲਿੰਗੁਇਸਟਿਕ ਮਾਈਨੋਰਟੀਜ਼ ਹੀ ਨੇ ਸਿਰਫ। ਭਾਸ਼ਾ ਦੇ ਆਧਾਰ 'ਤੇ ਅਣਗਿਣਤ ਘੱਟ ਗਿਣਤੀਆਂ ਨੇ ਭਾਰਤ 'ਚ। ਧਾਰਮਿਕ ਆਧਾਰ 'ਤੇ ਭਾਰਤ 'ਚ ਸਿਰਫ 6 ਘੱਟ ਗਿਣਤੀਆਂ ਨੇ, ਮੁਸਲਮਾਨ, ਸਿੱਖ, ਜੈਨੀ, ਬੋਧੀ, ਪਾਰਸੀ ਅਤੇ ਕ੍ਰਿਸਚਨਜ਼। Muslims, Sikh, Jain, Buddh, Parsi and Christians. We can say ਮੁਸਲਮਾਨ, ਸਿੱਖ, ਜੈਨੀ, ਬੋਧੀ, ਪਾਰਸੀ ਅਤੇ ਈਸਾਈ। 6 ਹੀ ਘੱਟ ਗਿਣਤੀਆਂ ਨੇ। ਸਭ ਤੋਂ ਲੇਟੈਸਟ, ਸਭ ਤੋਂ ਨੇੜੇ ਦੀ ਘੱਟ ਗਿਣਤੀ ਇਹ ਆ, ਬਾਕੀ ਪਹਿਲਾਂ 5 ਹੁੰਦੀਆਂ ਸੀ, ਹੁਣ ਧਾਰਮਿਕ ਤੌਰ 'ਤੇ 6 ਘੱਟ ਗਿਣਤੀਆਂ, ਭਾਸ਼ਾਈ ਤੌਰ 'ਤੇ ਭਾਸ਼ਾ ਦੇ ਆਧਾਰ 'ਤੇ ਅਣਗਿਣਤ ਘੱਟ ਗਿਣਤੀਆਂ ਨੇ। ਠੀਕ ਆ, ਕੋਈ ਬੰਦਾ ਕੋਈ ਕਿਸੇ ਇਲਾਕੇ 'ਚ ਕੋਈ ਘੱਟ ਭਾਸ਼ਾ ਬੋਲਣ ਵਾਲੇ ਆ, ਉਹ ਉਸ ਇਲਾਕੇ 'ਚ ਘੱਟ ਗਿਣਤੀ ਨੇ। ਸੋ ਘੱਟ ਗਿਣਤੀਆਂ ਨੂੰ ਜਿਹੜੇ ਸਾਡੇ ਦੇਸ਼ 'ਚ ਆਰਟੀਕਲ 30 ਦੇ ਤਹਿਤ ਇਹ ਹੱਕ ਮਿਲੇ ਆ ਕਿ ਤੁਸੀਂ ਆਪਣੇ ਟ੍ਰੇਨਿੰਗ ਇੰਸਟੀਟਿਊਟ, ਆਪਣੇ ਵਿੱਦਿਅਕ ਅਦਾਰੇ, ਐਜੂਕੇਸ਼ਨਲ ਇੰਸਟੀਟਿਊਟ ਵੀ ਖੋਲ੍ਹ ਸਕਦੇ ਹੋ। ਠੀਕ ਆ, ਸੋ ਇੱਥੇ ਸਰਕਾਰ ਜਦੋਂ ਇਹਨਾਂ ਘੱਟ ਗਿਣਤੀਆਂ ਨੂੰ ਮਦਦ ਕਰੂਗੀ ਉਹਨਾਂ ਦੇ ਇੰਸਟੀਟਿਊਸ਼ਨ, ਅਦਾਰੇ ਖੋਲ੍ਹਣ ਵਾਸਤੇ, ਤਾਂ ਕਿਸੇ ਇੱਕ ਘੱਟ ਗਿਣਤੀ ਅਤੇ ਦੂਜੀ ਘੱਟ ਗਿਣਤੀ 'ਚ, ਇੱਕ ਮਾਈਨੋਰਟੀ ਅਤੇ ਦੂਜੀ ਮਾਈਨੋਰਟੀ 'ਚ ਭੇਦਭਾਵ ਨਹੀਂ ਕਰੂਗੀ। ਸੋ ਆਰਟੀਕਲ 30, ਉਮੀਦ ਕਰਦਾ ਕਿ ਇਹ ਗੱਲ ਸਮਝ ਆ ਗਈ ਹੋਊਗੀ। ਆਰਟੀਕਲ 30 ਮੈਂ ਚੰਗੀ ਤਰ੍ਹਾਂ ਸਮਝਾਤਾ। ਇਸ ਤੋਂ ਬਾਅਦ ਅਗਲਾ ਆਰਟੀਕਲ 31 ਜਿਹੜਾ ਸੀਗਾ ਤੁਹਾਡਾ ਜਾਇਦਾਦ ਦਾ ਅਧਿਕਾਰ, ਜਿਹਨੂੰ ਕਿ ਸੰਵਿਧਾਨ ਦੇ ਵਿੱਚੋਂ ਪਹਿਲਾਂ ਹੌਲੀ ਹੌਲੀ ਕਮਜ਼ੋਰ ਕੀਤਾ ਗਿਆ। ਸ਼ੰਕਰੀ ਪ੍ਰਸਾਦ ਕੇਸ ਤੋਂ ਬਾਅਦ ਕਈ ਵਾਰੀ ਸੁਪਰੀਮ ਕੋਰਟ ਨੇ ਵੀ ਕਮਜ਼ੋਰ ਕੀਤਾ। ਉਸ ਤੋਂ ਬਾਅਦ 44ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ, 44ਵੀਂ ਸੰਵਿਧਾਨਕ ਸੋਧ ਨਾਲ 1978 'ਚ ਪਹਿਲੀ ਵਾਰ ਭਾਰਤ 'ਚ ਕੋਈ ਗੈਰ ਕਾਂਗਰਸੀ ਸਰਕਾਰ ਬਣੀ ਸੀ। ਮੁਰਾਰਜੀ ਦੇਸਾਈ ਦੀ ਸਰਕਾਰ, ਜਨਤਾ ਪਾਰਟੀ ਦੀ ਸਰਕਾਰ ਗੈਰ ਕਾਂਗਰਸੀ ਸੀ। ਉਸ ਤੋਂ ਪਹਿਲਾਂ ਤੇ 1977 ਤੱਕ ਕਾਂਗਰਸ ਦੀਆਂ ਸਰਕਾਰਾਂ ਸੀ। ਕਿਸੇ ਨੇ ਇਹਨੂੰ, ਕਾਂਗਰਸੀਆਂ ਨੇ ਕਮਜ਼ੋਰ ਜ਼ਰੂਰ ਕੀਤਾ ਪਰ ਖ਼ਤਮ ਇਹਨਾਂ ਨੇ ਕੀਤਾ, ਮੁਰਾਰਜੀ ਦੇਸਾਈ ਨੇ 1978 ਦੇ ਵਿੱਚ 44ਵੀਂ ਅਮੈਂਡਮੈਂਟ। ਉਸ ਤੋਂ ਬਾਅਦ ਸਾਡੇ ਸੰਵਿਧਾਨ ਜਿਹੜੇ ਆ, ਪਹਿਲਾ ਅਧਿਕਾਰ ਫੰਡਾ 14 ਤੋਂ 18, ਦੂਜਾ 19 ਤੋਂ 22, ਤੀਜਾ 23 ਤੋਂ 24, ਚੌਥਾ ਫੰਡਾਮੈਂਟ ਰਾਈਟ 25 ਤੋਂ 28, ਪੰਜਵਾਂ 29 ਤੋਂ 30, ਛੇਵਾਂ ਫੰਡਾਮੈਂਟ ਰਾਈਟ ਖਤਮ ਹੋ ਗਿਆ। ਫਿਰ ਜਿਹੜਾ 7ਵੇਂ ਨੰਬਰ 'ਤੇ ਸੀ ਆਰਟੀਕਲ 32, ਉਹ ਫਿਰ 6ਵਾਂ ਫੰਡਾਮੈਂਟ ਰਾਈਟ, 6ਵਾਂ ਬੁਨਿਆਦੀ ਹੱਕ ਬਣ ਗਿਆ। ਸੋ ਉਮੀਦ ਕਰਦਾ ਕਿ ਇਹ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਪਰ ਕੋਈ ਮੈਨੂੰ ਕਵੇ
कि जी फंडामेंटल राइट्स ਦੀਆਂ ਨਾਲ ਰਿਲੇਟਡ ਮਸਲੇ ਕਿਹੜੇ ਨੇ। मैं कहूँगा जी 3 मसले बहुत मशहूर ने। पहला शंकरी प्रसाद वर्सिस राजस्थान सरकार, दूजा गोलकनाथ हैनरी वर्सिस पंजाब सरकार का केस, तीजा केशवनंदा भारती वर्सिस केरला सरकार का केस, तो फिर मनरवा मिल वर्सिस भारत सरकार का केस। चारे केस मैं इस लैक्चर की शुरुआत शुरू च ही दसते कि झगड़े की सी। एक पासे तुहाडे बुनियादी अधिकार फंडामेंटल राइट्स, तो दूजे पासे सरकार नूं संविधान द्वारा दिते DPSPs सरकार नूं संविधान द्वारा दिते गए दिशा निर्देश, जिन्होंने इंग्लिश च कहते हैं डायरैक्टिव प्रिंसीपल्स ऑफ स्टेट पॉलिसीज़, मतलब सरकार दियां लोकां प्रति बुनियादी जिम्मेवारियां। सो उन्होंने कहा गया DPSPs। ये ज़्यादा सरकार की जिम्मेवारी वधिया चीज़ है कि फंडामेंटल राइट ਇਹਦਾ ਵੱਖਰੇ केस च ਵੱਖਰਾ फैसला जो मैं शुरू च पढ़ाता वो तुहानूं मैं दस ही दिता कि किवें मनरवा मिल वाला केस की सीगा, भारत सरकार के खिलाफ वो केस होया सी। सो हुण तक मैं तुहानूं की समझाउण च सफल होया जां होया कि नहीं, ये तुसीं दसोगे। हर एक चीज़ जो फंडामेंटल राइट्स नाल संबंधित आ तो बड़ी डिटेल च पढ़ी जानी चाहिए है, बहुत ज़्यादा डिटेल च। जिन्ना एक पेपर के पॉइंट ऑफ व्यू नाल इंपॉर्टेंट है उहदे च मैनूं नहीं लगता कि असीं कोई से गल नूं दस्सण च असमर्थ रहे होवांगे। हुण आ गईयां जे तुहाडे कोल सारा कुछ होया जावे तां तुसीं संविधानिक उपचार के तहत कॉन्स्टिट्यूशनल रैमेडी के तहत आर्टिकल 32 सीधा सुप्रीम कोर्ट जा सकते हो। ठीक है, सुप्रीम कोर्ट जाके तुहानूं अपने बुनियादी हक नूं रोकण दा पूरा हक आ। रोकण नूं कहंदे आ रिट। कोर्ट उत्थे जाके तुहाडे ते होई तशद्दद नूं रोक सकदी है, रिट कर सकदी है। सुप्रीम कोर्ट ने भी कहा कि साडे कोल आउण तो पहलां संविधान का अनुच्छेद 226 यूज़ करके तुसीं आपो अपने इलाके की हाई कोर्ट उच्च अदालत च जरूर जाओ। असीं जानी कि सुप्रीम कोर्ट वाले जानी कि उच्चतम अदालत वाले फेर केस देखांगे जे उच्च अदालत ने ना सुनिया। पर जे तुसीं सीधे साडे कोल आ गए 32 आर्टिकल सानूं कहंदा है कि जे तुहाडे कोल सीधा आ जाण तो तुसीं रोक नहीं सकते अपने नागरिकां नूं। नागरिकां वास्ते सब तो तगड़ा BR अंबेडकर ने इनू संविधान की आत्मा ते दिल, हर्ट एंड सॉल ऑफ कॉन्स्टिट्यूशन कहा सी। किड्डी तगड़ी गल आ। सुप्रीम कोर्ट च तुसीं अपनी बेनती पाई, पटीशन पाई, सुप्रीम कोर्ट नाल दी नाल 5 प्रकार की रिट दे सकता है। पहली हेबस कॉर्पस, बंदी प्रथकीकरण। ठीक है, बेसिकली ਇਹਦਾ ਕੀ मतलब है हेबस कॉर्पस का। जे बिना वजह तो पुलिस किसी ਨੂੰ ਚੱਕ ਲੇ ਤਾਂ पुलिस ਨੂੰ कोर्ट ਦੇ ਵਿੱਚ ਬੰਦਾ ਪੇਸ਼ ਕਰਨਾ ਪੈਂਦਾ ਜੇ ਤੁਸੀਂ हेबस कॉर्पस पा दो। ਇਹਦਾ मतलब ਹੁੰਦਾ ਬੰਦੀ ਕਰਤਾ ਵਿਅਕਤੀ ਨੂੰ आदेश ਦਿੰਦੀ आ कि 24 घंटे के अंदर अदालत 'ਚ उस बंदे ਨੂੰ पेश कर दो, नहीं तो ਤੁਸੀਂ कोर्ट ਇਹਨੂੰ ਤੰਗ ਕਰਦੇ ਤੁਹਾਨੂੰ ही। दूजा परमादेश मतलब मैडमस। ये उदों पैंदी आ जदों कोई सरकारी अदारा सही तरीके नाल काम ना करे। सो उन्होंने कोर्ट आदेश दिंदी है कि नीत नाल काम करके इस पब्लिक मैटर का मसला हल कर। उन्होंने कहते हैं परमादेश, मैंडमस। तीसरी चीज़ आ जाती है मनाही, जिन्हों इंग्लिश कहते हैं प्रोहिबिशन। ਇਹਦਾ मतलब ये आ कि जदों कोई अदालत, छोटी अदालत जां जिहड़ियां अर्ध अदालतां हुंदियां, अर्ध अदालतां जिहड़ियां अद्धियां पचद्धियां अदालतां, क्वासी जुडिशियल बॉडीज़ जिवें ट्रिब्यूनलां अर्ध अदालतां हुंदियां। कोई भी न्यायिक संस्था जानी कि कोई लोअर कोर्ट, हुण सुप्रीम कोर्ट ते हाई कोर्ट तो थल्ले जिलिਆਂ ਦੀਆਂ अदालतां जां कोई क्वासी जुडिशियल बॉडीज़ जिवें ट्रिब्यूनल्स, ਉਹ कोई गलत फैसला सुना रहे होण, तुसीं कहोगे लोअर कोर्ट गलत फैसला किवें सुना सकदी है। मान लो किसी लोअर कोर्ट कोल मौत की सज़ा सुनाउण दी प्रोविजन ना होवे, ਉਹ ਇਹੋ ਜਿਹੇ केस ਨੂੰ डिस्कस कर रही होवे जिहदे च मौत की सज़ा दित्ती जा सकती है। ਜਿਹੜਾ केस तुसीं सुन ही नहीं सकते, तुसीं ਉਹਨੂੰ सुन किवें रहे हो। तो ये गल किते सुप्रीम कोर्ट ਜਾਂ हाई कोर्ट ਨੂੰ पता लग जाए, कोई बंदा रिट कर दे जाके उत्थे पटीशन पा दे, तो कोर्ट ਉਹਨੂੰ रोक दूगी लोअर कोर्ट ਨੂੰ कि रुक जा काम ना करी। ਉਹਨੂੰ ਕਹਿੰਦੇ मनाही करना। रब ना करे उस अदारे ने फैसला सुनाता, ठीक है, फिर उन्होंने कहना कि तेरा दिता फैसला ही गलत आ। किसी वड्डी अदालत द्वारा किसी लोअर अदालत या कोई न्यायिक संस्था दे काम ने गलत करता, रोकिया नहीं, हुण उन्हें कर ही दिता गलत, उहदे काम नूं खारज करना, दैट इज़ कॉल्ड उत्प्रेखण। उत्प्रेखण का मतलब सेरिटीरियो, कि किसी दे काम नूं गलत साबित कर देना, रोक देना।
ਸੋ ਸੈਰੀਟੀਰੀਓ ਕੀ ਚੀਜ਼ ਆ ਤੇ ਪ੍ਰੋਹੀਬੀਸ਼ਨ ਇਹ ਹਜੇ ਗਲਤ ਹੋਇਆ ਨਹੀਂ, ਉਹਨੂੰ ਰੋਕਤਾ। ਇਹ ਗਲਤ ਹੋ ਗਿਆ ਫਿਰ ਉਹਨੂੰ ਗਲਤ ਕਹਿਣਾ ਕਿ ਤੁਸੀਂ ਗਲਤ ਕਰਤਾ, ਇਹ ਸਾਡੇ ਕੋਲ ਲਿਆਓ ਕੇਸ। ਫਿਰ ਹੁੰਦਾ ਪੰਜਵਾਂ ਅਧਿਕਾਰ ਪ੍ਰੀਫਾ ਕਿਉ ਵਰੰਟੋ। ਇਹ ਕੀ ਆ? ਇਹਦਾ ਮਤਲਬ ਇਹ ਆ ਕਿ ਕਈ ਵਾਰੀ ਕੋਈ ਸਰਕਾਰੀ ਅਦਾਰਾ, ਕੋਈ ਗੌਰਮੈਂਟ ਇੰਸਟੀਟਿਊਸ਼ਨ ਕੁਛ ਕਰ ਦਿੰਦਾ ਹੈ ਤੇ ਕੋਰਟ ਉਹਨੂੰ ਝਿੜਕ ਕੇ ਪੁੱਛਦੀ ਆ ਬਾਈ ਵਟ ਅਥਾਰਟੀ ਆਫ, ਕਿਸ ਅਧੀਨਿਯਮ ਦੇ ਤਹਿਤ, ਕਿਸ ਤਾਕਤ ਦੇ ਤਹਿਤ, ਕਿਹੜੀਆਂ ਤਾਕਤਾਂ ਦੀ ਵਰਤੋਂ ਕਰਕੇ ਤੁਸੀਂ ਇਹ ਕੀਤਾ, ਦੱਸੋ ਤੁਹਾਡੇ ਕੋਲ ਕਿਹੜੀ ਅਥਾਰਟੀ ਸੀ ਇਹ ਕਰਨ ਦੀ, ਜਦੋਂ ਤੁਹਾਡਾ ਕੀ ਅਧਿਕਾਰ ਸੀ ਇਹ ਕਰਨ ਦਾ। ਜਦੋਂ ਕੋਰਟ ਇਹ ਪੁੱਛ ਲੇ ਤਾਂ ਮਤਲਬ ਕਿਉ ਵਰੰਟੋ। ਇਹਦੇ ਹਿਸਾਬ ਨਾਲ ਕੀ ਹੋਇਆ, ਸੁਪਰੀਮ ਕੋਰਟ ਜਾਂ ਹਾਈ ਕੋਰਟ ਆਪਣੇ ਤੋਂ ਹੇਠੀਆਂ ਅਦਾਲਤਾਂ ਨੂੰ ਕਿਸੇ ਬੰਦੇ ਦੀ ਪਟੀਸ਼ਨ ਦਰਖਾਸਤ ਪਾਉਣ 'ਤੇ ਰਿਟ ਕਰ ਸਕਦੀ ਆ, ਰੋਕ ਲਾ ਸਕਦੀ ਆ ਬੁਨਿਆਦੀ ਹੱਕਾਂ ਦੇ ਆਧਾਰ 'ਤੇ। 5 ਪ੍ਰਕਾਰ ਦੀਆਂ ਪਟੀਸ਼ਨਾਂ ਤੁਸੀਂ ਜਾ ਕੇ ਪਾ ਸਕਦੇ ਹੋ ਤੇ ਉਹਦੇ 'ਤੇ 5 ਪ੍ਰਕਾਰ ਦੀ ਹੀ ਸੁਪਰੀਮ ਕੋਰਟ ਆਰਟੀਕਲ 32 ਦੇ ਤਹਿਤ ਤੇ ਹਾਈ ਕੋਰਟ ਆਰਟੀਕਲ 226 ਦੇ ਤਹਿਤ ਰਿਟ ਕਰ ਸਕਦੀ ਆ। ਉਹ 5 ਪਟੀਸ਼ਨਾਂ ਕਿਹੜੀਆਂ ਨੇ ਉਹ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਡਿਸਕਸ ਕਰਕੇ ਦੱਸਦੀ ਹਾਂ ਕਿ ਉਹ 5 ਪਟੀਸ਼ਨਸ ਕਿਹੜੀਆਂ ਨੇ ਜਿਹੜੀਆਂ ਉਹ ਕਰ ਸਕਦੀ ਆ। ਉਮੀਦ ਕੀਤੀ ਜਾ ਸਕਦੀ ਆ ਕਿ ਇਹ ਕਨਸੈਪਟ ਕੀ ਆ, ਠੀਕ ਆ। ਇਹਨੂੰ BR ਅੰਬੇਦਕਰ ਨੇ ਹੀ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਸੀਗਾ, ਆਰਟੀਕਲ 32। ਤਾਂ ਤੁਸੀਂ ਆਪ ਦੱਸੋ ਆਰਟੀਕਲ 32 'ਚ ਮੈਂ ਕਿੰਨੀਆਂ ਕੰਪਲੈਕਸ ਔਖੀਆਂ ਰਿਟਾਂ ਦੀ ਜਾਣਕਾਰੀ ਤੁਹਾਨੂੰ ਦੇਤੀ ਹੈ, ਠੀਕ ਆ। ਕਿਸੇ ਵੀ ਤਰੀਕੇ ਨਾਲ ਤੁਸੀਂ ਸਾਡੇ ਅਦਾਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ 7708800072, ਠੀਕ ਆ। ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਟੈਲੀਗ੍ਰਾਮ ਚੈਨਲ ਆ, ਸਪੈਸ਼ਲੀ ਉਸ ਟੈਲੀਗ੍ਰਾਮ ਚੈਨਲ ਨੂੰ ਉਹੀ ਜੁਆਇਨ ਕਰਨ ਜਿਹੜੇ ਡੈਡੀਕੇਟਡ ਪੰਜਾਬੀ ਮੀਡੀਅਮ 'ਚ ਆਪਣੇ ਆਪ ਨੂੰ ਕਿਸੇ ਲੈਵਲ 'ਤੇ ਦੇਖਣਾ ਚਾਹੁੰਦੇ ਆ। ਸੋ ਅਸੀਂ ਕੁਆਲਿਟੀ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰਦੇ, ਠੀਕ ਆ। ਸਾਨੂੰ ਕਿਸੇ ਵੀ ਤਰੀਕੇ ਨਾਲ YouTube 'ਤੇ ਆਪਣੇ ਆਪ ਨੂੰ ਹਾਈਲਾਈਟ ਕਰਨ ਦਾ ਕੋਈ ਬਹੁਤਾ ਸ਼ੌਂਕ ਨਹੀਂ, ਪਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜੇ ਵਾਕਈ ਵੈਸੇ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਹਾਂ ਸਾਡੇ ਆਪਣੇ ਪੰਜਾਬ ਦੇ ਬੱਚੇ ਆਪਣੀ ਪੜ੍ਹਾਈ ਨੂੰ ਲੈ ਕੇ ਸੰਜੀਦਗੀ 'ਚ ਨਹੀਂ ਗਏ, ਅਸੀਂ ਬਹੁਤ ਹਫੜਾ ਦਫੜੀ 'ਚ ਆਏ ਹੋਏ ਹਾਂ ਕਿ ਐਂ ਕਰ ਲਾਂਗੇ ਉਹ ਕਰ ਲਾਂਗੇ। ਪੜ੍ਹਾਉਣ ਵਾਲੇ ਇੰਸਟੀਟਿਊਟ, YouTube 'ਤੇ ਪੜ੍ਹਾਉਣ ਵਾਲੇ ਲੋਕ ਗਲਤ ਨਹੀਂ ਗੇ। ਜਦੋਂ ਤੁਸੀਂ ਖੁਦ ਆਪਣੇ ਆਪ ਨੂੰ ਗਲਤ ਕਰ ਲੈਂਦੇ ਹੋ ਨਾ ਤਾਂ YouTube 'ਤੇ ਕਈ ਗਲਤ ਬੰਦੇ ਆ ਜਾਂਦੇ ਆ ਜਿਹੜੇ ਕਿ ਤੁਹਾਨੂੰ ਮਿਸਗਾਈਡ ਕਰਦੇ ਆ। ਉਹਦੇ ਨਾਲ ਜਿਹੜੇ ਸੀਰੀਅਸਲੀ ਤੁਹਾਨੂੰ ਦੱਸਣ ਵਾਲੇ ਆ ਉਹ ਕਦੇ ਵੀ ਖਾਰਜ ਨਹੀਂ ਕੀਤੇ ਜਾ ਸਕਦੇ। ਇਹ ਗੱਲ ਹਮੇਸ਼ਾ ਧਿਆਨ ਰੱਖਿਓ। ਦੇਖੋ ਇੱਕ ਗੱਲ ਬੜੀ ਕਲੀਅਰ ਆ, ਸਾਫ਼ ਤੇ ਸਪਸ਼ਟ, ਕਿ ਜਦੋਂ ਤੁਸੀਂ ਕਿਸੇ ਵੀ ਫੀਲਡ 'ਚ ਜਾਂਦੇ ਹੋ ਚੰਗੇ ਮਾੜੇ ਲੋਕ ਤੁਹਾਨੂੰ ਮਿਲਣਗੇ। ਪੁਲਿਸ ਤੋਂ ਲੈ ਕੇ ਕਿਸੇ ਵੀ ਸਰਕਾਰੀ ਅਦਾਰੇ 'ਚ ਤੁਹਾਨੂੰ ਦੋਵੇਂ ਪਾਸੇ ਦੇ ਲੋਕ ਮਿਲਣਗੇ। ਚੰਗੇ ਲੋਕਾਂ ਨੂੰ ਤੁਹਾਨੂੰ ਖੁਦ ਪਹਿਚਾਨਣਾ ਪੈਂਦਾ ਹੈ। ਤੇ ਇੱਕ ਗੱਲ ਹੋਰ, ਚੰਗੇ ਤੇ ਮਾੜੇ 'ਚ ਇੱਕ ਫਰਕ ਹੁੰਦਾ। ਮਾੜਾ ਵਾਰ-ਵਾਰ ਆਪਣੇ ਆਪ ਨੂੰ ਚੰਗਾ ਕਹੂਗਾ ਤੇ 100 ਵਾਰ ਬੋਲਿਆ ਝੂਠ ਵੀ ਕਈ ਵਾਰੀ ਇਹ ਸੱਚਾ ਲੱਗਣ ਲੱਗ ਪੈਂਦਾ ਹੈ। ਤੇ ਜਦੋਂ ਉਹ 100 ਵਾਰ ਆਪਣੇ ਆਪ ਨੂੰ ਚੰਗਾ ਕਹੂਗਾ ਸ਼ਾਇਦ ਤੁਹਾਡਾ ਵੀ ਯਕੀਨ ਬਣ ਜੇ ਕਿ ਸ਼ਾਇਦ ਇਹ ਚੰਗਾ ਹੀ ਆ। ਆਪਣੀ ਸਮਝ ਦੇ ਮੁਤਾਬਕ ਤੁਸੀਂ ਉਹਨੂੰ ਪਹਿਚਾਨਣਾ ਹੈ। ਤੁਸੀਂ 12 ਸਾਲ ਦੀਆਂ ਪੜ੍ਹਾਈਆਂ, 15 ਸਾਲ ਦੀਆਂ ਪੜ੍ਹਾਈਆਂ ਕਰ ਲੈਂਦੇ ਹੋ, BA ਤੱਕ ਜਾਂਦੇ 18 ਸਾਲ ਦੀ ਪੜ੍ਹਾਈ ਵੀ ਹੋ ਜਾਂਦੀ ਹੈ ਕਈਆਂ ਦੀ, ਮਤਲਬ 15-16 ਸਾਲਾਂ ਦੀ ਪੜ੍ਹਾਈ ਵੀ ਹੋ ਜਾਂਦੀ ਹੈ, 17 ਸਾਲਾਂ ਦੀ। ਫਿਰ ਵੀ ਤੁਸੀਂ ਆਪਣਾ ਚੰਗਾ ਮਾੜਾ ਆਪ ਨਾ ਪਹਿਚਾਨ ਸਕੋ ਤਾਂ ਫਿਰ ਜ਼ਿੰਮੇਵਾਰੀ ਸਿਰਫ ਤੇ ਸਿਰਫ ਤੁਹਾਡੀ ਹੈ, ਕਿਸੇ ਦੀ ਕੋਈ ਗਲਤੀ ਨਹੀਂ। ਚੰਗਾ ਤੇ ਮਾੜਾ ਕੀ ਹੁੰਦਾ ਹੈ ਜੇ ਮੈਂ ਉਹਦੇ ਬਾਰੇ 1 ਮਿੰਟ 'ਚ ਦੱਸਾਂ। ਕੋਈ ਇੱਕ ਚੀਜ਼ ਮੈਂ ਇਸ ਟਾਈਮ ਕਿਸੇ ਇੱਕ ਜਾਣੇ ਵਾਸਤੇ ਚੰਗਾ ਹੋ ਸਕਦਾ, ਕਿਸੇ ਦੂਜੇ ਲਈ ਮਾੜਾ। ਸੋ ਤੁਸੀਂ ਕਿਸ ਸਮੇਂ ਕਿਹਦੇ ਵਾਸਤੇ ਠੀਕ ਹੋ ਜਾਂ ਮਾੜੇ ਹੋ, ਇਹ ਤੁਸੀਂ ਉਲਝੋ ਨਾ ਇਹਦੇ 'ਚ। ਤੁਸੀਂ ਤਾਂ ਮੌਕੇ 'ਤੇ ਇਹ ਦੇਖੋ ਕਿ ਆਹ ਚੀਜ਼ ਮੇਰੇ ਵਾਸਤੇ ਚੰਗੀ ਆ। ਤੁਹਾਨੂੰ ਪੜ੍ਹਾਈ ਦੇ ਮਾਮਲੇ 'ਚ ਹੀ ਦੱਸ ਦਿੰਦਾ। ਹੁਣ ਕਈ ਵਾਰੀ ਕੀ ਹੁੰਦਾ ਹੈ, ਅਸੀਂ ਕਿਸੇ ਬੰਦੇ ਨੂੰ ਇਹ ਪੁੱਛਦੇ ਹਾਂ ਕਿ ਯਾਰ ਤੁਸੀਂ ਸਾਨੂੰ ਆਹ ਪੇਪਰ ਆ ਸਾਡਾ, ਤੁਸੀਂ ਪਾਸ ਕਰਾ ਸਕਦੇ ਹੋ। ਅਗਲਾ ਬੰਦਾ ਤੁਹਾਨੂੰ YouTube 'ਤੇ ਲਗਾਤਾਰ ਸਵਾਲਾਂ 'ਤੇ ਸਵਾਲ ਕਰਾਈ ਜਾ ਰਿਹਾ ਹੈ। ਤੁਹਾਨੂੰ ਲੱਗਦਾ ਕਿ ਉਹ ਬੰਦਾ ਜੇ ਤੁਹਾਨੂੰ ਸਵਾਲਾਂ 'ਤੇ ਸਵਾਲ ਕਰਾ ਰਿਹਾ ਹੈ ਕਿ ਉਹਦੇ ਨਾਲ ਤੁਹਾਡੇ ਪੇਪਰਾਂ ਦਾ ਮਸਲਾ ਹੱਲ ਹੋ ਜਾਊਗਾ? ਨਹੀਂ। ਇਟ ਮੀਨਸ ਤੁਸੀਂ ਉਸ ਬੰਦੇ ਨੂੰ ਕਿਤੇ ਨਾ ਕਿਤੇ ਪ੍ਰੋਪਰ ਥਿਊਰੀ ਪੜ੍ਹਾਉਂਦੇ ਦੇਖੋ, ਥਿਊਰੀ ਪੜ੍ਹਾਉਂਦੇ ਰੀਝ ਨਾਲ। ਜੇ ਤੁਹਾਨੂੰ ਲੱਗਿਆ, ਇਹ ਨਾ ਦੇਖੋ ਕਿ ਉਸ ਬੰਦੇ ਨੂੰ ਕਿੰਨੇ ਜਾਣੇ ਦੇਖ ਰਹੇ ਆ, ਇਹ ਦੇਖੋ ਕਿ ਕੀ ਵਾਕਈ ਉਹਦੀ ਪੜ੍ਹਾਈ ਥਿਊਰੀ ਤੁਹਾਨੂੰ ਸਮਝ ਆ ਰਹੀ ਆ। ਤੁਸੀਂ ਜਦੋਂ ਹਫੜਾ ਦਫੜੀ 'ਚ ਇਹ ਸੋਚਦੇ ਹੋ ਕਿ ਜੇ ਬਾਕੀਆਂ ਨੂੰ ਚੰਗਾ ਲੱਗ ਰਿਹਾ ਮੈਂ ਵੀ ਕਹਿ ਦਾਂ ਕਿ ਮੈਨੂੰ ਵੀ ਚੰਗਾ ਲੱਗ ਰਿਹਾ, ਸੋ ਇਸ ਤਰੀਕੇ ਨਾਲ ਅਸੀਂ ਬੜੇ ਗਲਤ ਫੈਸਲੇ ਲੈ ਲੈਂਦੇ ਹਾਂ। ਸੋ ਉੱਥੋਂ ਸਾਨੂੰ ਬਚਣ ਦੀ ਬਹੁਤ ਲੋੜ ਆ।
ਬਹੁਤ ਰੀਝ ਨਾਲ ਤਿਆਰੀ ਕਰੋ, ਫਿਰ ਜਾ ਕੇ ਹੱਲ ਨਿਕਲਦਾ ਹੈ। ਤੇ ਜਦੋਂ ਮੈਂ ਤੁਹਾਨੂੰ ਕਹਿਤਾ ਕਿ ਹੁਣ ਤੱਕ ਮੈਂ ਤੁਹਾਨੂੰ ਪੂਰੇ 32 ਆਰਟੀਕਲ ਪੜ੍ਹਾਤੇ, ਠੀਕ ਆ, ਇਸ ਤੋਂ ਬਾਅਦ ਵੀ ਫੰਡਾਮੈਂਟਲ ਰਾਈਟਸ 'ਚ 3 ਆਰਟੀਕਲ ਬਚ ਗਏ। ਕਿਹੜੇ? ਇਸ ਤੋਂ ਬਾਅਦ ਵੀ ਬਚ ਗਿਆ 33 ਆਰਟੀਕਲ, 34 ਆਰਟੀਕਲ ਤੇ 35 ਆਰਟੀਕਲ। ਹੁਣ ਆ 33, 34 ਤੇ 35 ਕੀ ਆ? 33 ਤੇ 34 ਤੇ 35 ਕੋਈ ਫੰਡਾਮੈਂਟਲ ਰਾਈਟਸ ਨਹੀਂਗੇ, ਬੁਨਿਆਦੀ ਅਧਿਕਾਰ ਨਹੀਂਗੇ, ਬਸ ਇਹ ਤਾਂ ਕੁਛ ਅੱਡ ਜਿਹਾ ਦੱਸਦੇ ਆ। 33 ਅਨੁਛੇਦ ਇਹ ਦੱਸਦਾ ਹੈ ਕਿ ਬਈ ਪੁਲਿਸ ਵਾਲਿਆਂ ਦੀ ਕੋਈ ਬੁਨਿਆਦੀ ਹੱਕ ਨਹੀਂ, ਉਹ 8 ਘੰਟੇ ਦੀ ਨੌਕਰੀ ਜਾਂ ਲਗਾਤਾਰ ਆਰਾਮ ਕਰਨ ਨੂੰ ਆਪਣਾ ਹੱਕ ਨਾ ਸਮਝਣ, ਕਿਉਂਕਿ ਉਹ ਸਾਡੇ ਦੇਸ਼ ਦੀਆਂ ਬੈਲਟ ਫੋਰਸਾਂ ਨੇ। ਉਹਨਾਂ ਦੇ ਕੇਸ 'ਚ ਅਸੀਂ ਉਹਨਾਂ ਦੇ ਹੱਕ ਖੋਹ ਸਕਦੇ ਹਾਂ, ਕਿਉਂਕਿ ਜੋ ਵੀ ਬੁਨਿਆਦੀ ਹੱਕ ਦੀ ਗੱਲ ਕਰਨਗੇ ਤਾਂ ਲੋਕਾਂ ਦੀ ਸੁਰੱਖਿਆ ਖਤਰੇ 'ਚ ਆ ਜਾਊਗੀ। ਆਰਟੀਕਲ 34 ਕਹਿੰਦਾ ਹੈ ਕਿ ਜਿਹੜੇ ਇਲਾਕੇ 'ਚ ਆਰਮੀ ਲਾਅ, ਮਾਰਸ਼ਲ ਲਾਅ, ਪੁਲਿਸ ਲਾਅ ਲੱਗੇ, ਉੱਥੋਂ ਦੇ ਹਾਲਾਤ ਖਰਾਬ ਹੋਣ ਕਰਕੇ ਤਾਂ ਉੱਥੇ ਜੇ ਅੱਤਵਾਦ, ਖਾੜਕੂਪਨ, ਮਾਹੌਲ ਖਰਾਬ ਨੂੰ ਕੰਟਰੋਲ ਕਰਨਾ ਹੈ ਤਾਂ ਉੱਥੋਂ ਦੇ ਲੋਕਾਂ ਦੇ ਕੁਛ ਹੱਕ ਸਰਕਾਰਾਂ ਨੂੰ ਖੋਣੇ ਪੈਣਗੇ। ਸੋ ਉੱਥੇ ਲੋਕਾਂ ਦੇ ਹੱਕ ਖੋਏ ਜਾ ਸਕਦੇ ਆ। ਆਰਟੀਕਲ 35 ਬੁਨਿਆਦੀ ਅਧਿਕਾਰਾਂ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਬਣਾਉਣਾ ਹੈ ਤਾਂ ਯਾਦ ਰੱਖਿਓ ਬੁਨਿਆਦੀ ਹੱਕ ਬਹੁਤ ਜ਼ਰੂਰੀ ਹੈ। ਕੋਈ ਸੂਬਾ ਸਰਕਾਰ, ਪੰਜਾਬ, ਹਰਿਆਣਾ, ਕੇਰਲਾ ਦੀ ਸਰਕਾਰ ਕਿਸੇ ਦੇ ਅਧਿਕਾਰ ਖੋਹ ਨਾ ਸਕੇ, ਇਸ ਕਰਕੇ ਬੁਨਿਆਦੀ ਹੱਕਾਂ ਨਾਲ, ਫੰਡਾਮੈਂਟਲ ਰਾਈਟਸ ਨਾਲ ਸੰਬੰਧਿਤ ਕੋਈ ਵੀ ਨਿਯਮ, ਲਾਅ, ਕਾਨੂੰਨ ਬਣਾਉਣਾ ਹੈ ਤਾਂ ਸਿਰਫ ਦੇਸ਼ ਦੀ ਸੰਸਦ ਬਣਾ ਸਕਦੀ ਆ, ਪਾਰਲੀਮੈਂਟ ਬਣਾ ਸਕਦੀ ਆ, ਨਾ ਕਿ ਕੋਈ ਸਟੇਟ ਦੀ ਲੈਜਿਸਲੇਚਰ। ਕਿਸੇ ਸੂਬੇ ਦੀ ਵਿਧਾਨ ਸਭਾ ਨਹੀਂ, ਸਿਰਫ ਤੇ ਸਿਰਫ ਕੇਂਦਰ ਦੀ ਸੰਸਦ ਹੀ ਇਹ ਨਿਯਮ ਬਣਾ ਸਕਦੀ ਆ। ਆਰਟੀਕਲ 35। ਹੁਣ 33, 34, 35 ਕਿਸੇ ਪ੍ਰਕਾਰ ਦੇ ਫੰਡਾਮੈਂਟਲ ਰਾਈਟ ਹੈ ਆ, ਪਰ ਨਹੀਂ ਹੈ ਤਾਂ ਫੰਡਾਮੈਂਟਲ ਰਾਈਟਸ ਨਾਲ ਸੰਬੰਧਿਤ। ਆਰਟੀਕਲ 12 ਰਾਜ ਦੀ ਪਰਿਭਾਸ਼ਾ। ਆਰਟੀਕਲ 13 ਬੁਨਿਆਦੀ ਹੱਕ ਦੇ ਖਿਲਾਫ ਕੁਛ ਵੀ ਨਹੀਂ ਹੋ ਸਕਦਾ, ਕੋਈ ਕਾਨੂੰਨ ਨਹੀਂ ਬਣ ਸਕਦਾ। 14 ਤੋਂ 18 ਆਜ਼ਾਦੀ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ। 19 ਤੋਂ 22 ਆਜ਼ਾਦੀ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ। 23 ਤੋਂ 24 ਸ਼ੋਸ਼ਣ ਦੇ ਖਿਲਾਫ। 25 ਤੋਂ 28 ਧਾਰਮਿਕ ਅਧਿਕਾਰ। 29 ਤੋਂ 30 ਸਾਡੇ ਸੰਸਕ੍ਰਿਤਿਕ ਤੇ ਸਾਡੇ ਵਿਦਿਅਕ ਅਧਿਕਾਰ। 31 ਖਤਮ ਹੋ ਗਿਆ ਜਾਇਦਾਦ ਦਾ ਅਧਿਕਾਰ। 32 ਸੰਵਿਧਾਨਕ ਉਪਚਾਰ, ਤੁਸੀਂ ਕੋਰਟ 'ਚ ਸਿੱਧਾ ਜਾ ਸਕਦੇ ਹੋ, ਸੁਪਰੀਮ ਕੋਰਟ। 33, 34 ਤੇ 35 ਮੈਂ ਅੱਡ ਸਮਝਾਤੇ ਆ। ਉਮੀਦ ਕਰਦਾ 35 ਦੇ 35 ਆਰਟੀਕਲਸ ਦੀ ਪੰਜਾਬੀ ਸਮਝ ਆ ਗਈ ਟੇਬਲ ਬਣਾਉਣ ਵਾਸਤੇ। ਇੰਗਲਿਸ਼ ਵਾਲੇ ਇੰਗਲਿਸ਼ 'ਚ ਲਿਖ ਲੈਣ, ਪੰਜਾਬੀ ਵਾਲਿਆਂ ਨੂੰ ਪੰਜਾਬੀ 'ਚ ਦੱਸਤਾ। 33 ਨੂੰ ਦੱਸਿਆ ਹੋਇਆ ਹੈ ਕਿ ਫੰਡਾਮੈਂਟਲ ਰਾਈਟਸ ਆਫ ਪੁਲਿਸ ਫੋਰਸਿਸ ਰਿਲੇਟਡ ਟੂ ਪੁਲਿਸ ਫੋਰਸਿਸ, ਠੀਕ ਆ, ਬੈਲਟ ਫੋਰਸਾਂ ਨਾਲ ਸੰਬੰਧਿਤ ਲੋਕਾਂ ਦੇ ਬੁਨਿਆਦੀ ਅਧਿਕਾਰ। ਆਰਟੀਕਲ 34 ਫੰਡਾਮੈਂਟਲ ਰਾਈਟਸ ਆਫ ਪੀਪਲ ਲਿਵਿੰਗ ਇਨ ਏਰੀਆਜ਼ ਵੇਅਰ ਮਾਰਸ਼ਲ ਲਾਅ ਹੈਜ਼ ਬੀਨ ਇੰਪਲੀਮੈਂਟਡ, ਜਿਹੜੇ ਖੇਤਰਾਂ 'ਚ ਮਾਰਸ਼ਲ ਲਾਅ ਲੱਗਾ ਹੈ ਉੱਥੋਂ ਦੇ ਲੋਕਾਂ ਦੇ ਬੁਨਿਆਦੀ ਹੱਕ। 35 ਲਾਅ ਰਿਲੇਟਡ ਟੂ ਫੰਡਾਮੈਂਟਲ ਰਾਈਟਸ ਕੈਨ ਬੀ ਮੇਡ ਓਨਲੀ ਬਾਏ ਪਾਰਲੀਮੈਂਟ, ਬੁਨਿਆਦੀ ਅਧਿਕਾਰਾਂ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਸਿਰਫ ਸੰਸਦ ਦੁਆਰਾ ਪਾਰਿਤ ਕੀਤਾ ਜਾ ਸਕਦਾ ਹੈ। ਸੋ ਕਿੰਨੀ ਸਿੰਪਲ ਜੀ ਗੱਲ ਆ। ਹਰ ਆਰਟੀਕਲ ਦੀ ਇੰਗਲਿਸ਼ ਵੀ ਦੱਸੀ ਆ ਤਾਂ ਜੋ ਇੰਗਲਿਸ਼ 'ਚ ਜਾਂ ਪਿੰਗਲਿਸ਼ 'ਚ ਸਮਝਣ ਵਾਲੇ ਬੱਚੇ ਨਾ ਵਾਂਝੇ ਰਹਿ ਜਾਣ। ਪਰ ਫਿਰ ਵਾਰ-ਵਾਰ ਕਹਿ ਰਿਹਾ, ਤਰਜੀਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।